ਸਤਿ ਸ਼੍ਰੀ ਅਕਾਲ, ਨਮਸਕਾਰ ਮੇਰੇ ਦੋਸਤੋ। ਤੁਹਾਡਾ ਸਭ ਦਾ ਮੇਰੇ ਚੈਨਲ ਵਿਜ਼ਨ ਟੂ ਸਟੱਡੀ ਵਿੱਚ ਸਵਾਗਤ ਹੈ। ਜੋ ਕਿ ਬੱਚੇ ਤਿਆਰੀ ਕਰ ਰਹੇ ਨੇ ਕਿਸੇ ਵੀ ਐਗਜ਼ਾਮ ਨੂੰ ਕਰੈਕ ਕਰਨ ਲਈ, ਗਵਰਨਮੈਂਟ ਹੋਵੇ ਜਾਂ ਕੋਈ ਹੋਰ ਹੋਵੇ, ਜਾਂ ਕੋਈ ਜਨਰਲ ਨੌਲੇਜ ਰੱਖਣ ਦੀ ਇੱਛੁਕਤਾ ਰੱਖਦਾ ਹੋਵੇ, ਉਹਨਾਂ ਸਭ ਲਈ ਅੱਜ ਮੈਂ ਲੈ ਕੇ ਆਇਆ ਹਿਸਟਰੀ ਦੇ ਵਿੱਚੋਂ ਦ ਅਰਾਈਵਲਸ ਆਫ ਯੂਰਪੀਅਨ ਪਾਵਰਸ ਇਨ ਇੰਡੀਆ। ਸਭ ਤੋਂ ਪਹਿਲਾਂ ਕਿਹੜੇ ਯੂਰਪੀਅਨਸ ਇੰਡੀਆ ਦੇ ਵਿੱਚ ਆਏ, ਠੀਕ ਹੈ, ਕਦੋਂ ਆਏ ਨੇ, ਠੀਕ ਹੈ, ਤੇ ਉਹਨਾਂ ਦੇ ਵੱਲੋਂ ਕਿਹੜੀਆਂ ਕੰਪਨੀਜ਼ ਬਣਾਈ ਗਈਆਂ ਕਿਸ ਸਾਲ ਦੇ ਵਿੱਚ, ਤੇ ਉਸ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਏਜੰਟਸ ਜਾਂ ਉਹਨਾਂ ਦੇ ਨੁਮਾਇੰਦੇ ਕੌਣ ਪਹਿਲਾਂ ਆਇਆ, ਕੌਣ ਕਿਸ ਦੇ ਰਾਜ ਦੇ ਵਿੱਚ ਆਇਆ, ਸਾਰਾ ਕੁਝ ਆਪਾਂ ਦੇਖਦੇ ਜਾਵਾਂਗੇ। 20 ਸਲਾਈਡ ਦੀ ਅੱਜ ਆਪਣੀ ਇਹ ਪੀਪੀਟੀ ਹੈ ਜਿਸ ਨੂੰ ਅੱਜ ਆਪਾਂ ਕਵਰ ਕਰਾਂਗੇ। ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਉਂਦੇ ਹਾਂ ਪੁਰਤਗੀਜ਼ ਦੇ ਉੱਪਰ। ਪੁਰਤਗੀਜ਼ ਆਏ ਨੇ 1498 ਦੇ ਵਿੱਚ ਇੰਡੀਆ ਦੇ ਵਿੱਚ। 1498 ਦੇ ਵਿੱਚ ਫਸਟ ਸੀ ਯੂਰਪੀਅਨ ਜਿਨ੍ਹਾਂ ਨੇ ਡਾਇਰੈਕਟ ਸੀ ਰੂਟ ਫਾਈਂਡ ਕੀਤਾ ਇੰਡੀਆ ਤੱਕ। ਤੇ ਉਹ ਕੌਣ ਸੇਲਰ ਸੀ? ਵਾਸਕੋ ਡੀ ਗਾਮਾ। ਵਾਸਕੋ ਡੀ ਗਾਮਾ ਕਲਕੱਤਾ ਕੈਲੀਕਟ ਦੇ ਵਿੱਚ ਪਹੁੰਚਿਆ ਤੇ ਉੱਥੇ 1498 ਦੇ ਵਿੱਚ ਪਹੁੰਚਿਆ ਕੈਲੀਕਟ ਦੇ ਵਿੱਚ। ਇਹਦਾ ਹੁਣ ਵਾਸਕੋ ਡੀ ਗਾਮਾ ਦਾ ਕੀ ਵਾਰ ਜ਼ਿਕਰ ਆ ਜਾਂਦਾ ਹੈ? ਵਾਸਕੋ ਡੀ ਗਾਮਾ ਇਹਦਾ ਸਮੁੰਦਰੀ ਬੇੜਾ ਜਾਂ ਸ਼ਿਪ, ਇਹਦੀ ਸ਼ਿਪ ਦਾ ਨਾਮ ਕੀ ਸੀ ਜਿਸ ਦੇ ਵਿੱਚ ਇਹ ਇੰਡੀਆ ਆਇਆ? ਤਾਂ ਇਹ ਸੀ ਸਾਓ ਗੈਬਰੀਅਲ। ਜਿਸ ਸ਼ਿਪ ਦੇ ਵਿੱਚ ਇਹ ਆਇਆ ਸੀ। ਤੇ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਇਹ ਰਸਤੇ ਵਿੱਚ ਆ ਰਿਹਾ ਸੀ, ਜਦੋਂ ਇਹਨੇ ਕੇਪ ਆਫ ਗੁੱਡ ਹੋਪ ਰਸਤਾ ਜੋ ਆਪਾਂ ਪੜ੍ਹਦੇ ਹਾਂ, ਕਿਹੜਾ ਰਸਤਾ ਇਹਨੇ ਫਾਈਂਡ ਕੀਤਾ ਹੈ, ਜਿਸ ਰਸਤੇ ਨੂੰ ਬਾਅਦ ਚ ਨਾਮ ਦਿੱਤਾ ਗਿਆ ਕੇਪ ਆਫ ਗੁੱਡ ਹੋਪ, ਇਹ ਰਸਤੇ ਨੂੰ ਨਾਮ ਦਿੱਤਾ ਗਿਆ। ਪਰ ਇਸ ਨੂੰ ਵੀ ਇਹ ਰਸਤਾ ਲੱਭਣ ਦੇ ਵਿੱਚ ਬਹੁਤ ਮੁਸ਼ਕਿਲ ਆਈ। ਤਾਂ ਇੱਕ ਗੁਜਰਾਤੀ ਪਾਇਲਟ ਸੀ ਜਿਸ ਨੇ ਇਹਦੀ ਹੈਲਪ ਕੀਤੀ। ਗੁਜਰਾਤੀ ਪਾਇਲਟ ਕਹਿ ਸਕਦੇ ਹਾਂ ਇੱਕ, ਜਾਂ ਨੈਵੀਗੇਟਰ ਸੀ ਜਿਸ ਨੇ ਇਸ ਨੂੰ ਇੰਡੀਆ ਜਾਂ ਇੰਡੀਆ ਦਾ ਮਾਲਾਬਾਰ ਕੋਸਟ, ਕਿਹੜਾ ਕੋਸਟ? ਮਾਲਾਬਾਰ ਕੋਸਟ ਦਾ ਰਸਤਾ ਦੱਸਿਆ, ਜਿੱਥੇ ਇਹ ਸਭ ਤੋਂ ਪਹਿਲੀ ਵਾਰ ਪਹੁੰਚਿਆ ਮਾਲਾਬਾਰ ਕੋਸਟ ਦੇ ਵਿੱਚ। ਕਿਉਂਕਿ ਜਿਹੜਾ ਕੈਲੀਕਟ ਹੈ ਉਹ ਮਾਲਾਬਾਰ ਕੋਸਟ ਮੀਨ ਅਰੇਬੀਅਨ ਸੀ ਦੇ ਨਾਲ ਲੱਗਾ ਹੋਇਆ ਇੰਡੀਆ। ਜੀ ਹਾਂ, ਇੰਡੀਆ ਦਾ ਲਾਸਟ ਹਿੱਸਾ ਹੈ ਐਵੇਂ ਬਣਿਆ ਹੋਇਆ ਇੱਧਰੋਂ ਗੁਜਰਾਤ, ਤੇ ਇਹ ਮਾਲਾਬਾਰ ਕੋਸਟ, ਇਹ ਸਾਰਾ ਅਰੇਬੀਅਨ ਸੀ ਹੈ, ਤਾਂ ਇਹ ਸਾਰਾ ਆਪਣਾ ਮਾਲਾਬਾਰ ਕੋਸਟ ਹੈ। ਇੱਧਰ ਵਾਲੇ ਨੂੰ ਆਪਾਂ ਕੋਰੋਮੰਡਲ ਬੋਲਦੇ ਹਾਂ ਜੀ, ਕੋਰੋਮੰਡਲ ਬੋਲਦੇ ਇੱਧਰ ਵਾਲੇ ਨੂੰ, ਇੱਧਰ ਵਾਲਾ ਸਾਰਾ ਆਪਣਾ ਮਾਲਾਬਾਰ ਹੈ। ਤਾਂ ਇੱਥੇ ਕੈਲੀਕਟ ਹੈ ਕਿਤੇ ਕੇਰਲਾ ਦੇ ਵਿੱਚ, ਜਿੱਥੇ ਉਸ ਸਮੇਂ ਕਿਹੜਾ ਹਿੰਦੂ ਰਾਜਾ ਰਾਜ ਕਰ ਰਿਹਾ ਸੀ? ਜ਼ਮੋਰਿਨ। ਜ਼ਮੋਰਿਨ ਨੂੰ ਹੋਰ ਕੀ ਕਹਿੰਦੇ ਸੀ? ਸਮੁੱਤਰੀ। ਜ਼ਮੋਰਿਨ ਨੂੰ ਹੋਰ ਕੀ ਕਹਿੰਦੇ ਸੀ ਆਪਾਂ? ਸਮੁੱਤਰੀ। ਸਮੁੱਤਰੀ ਮਤਲਬ ਲੋਰਡ ਆਫ ਸੀਜ਼, ਸਮੁੰਦਰਾਂ ਦਾ ਰਾਜਾ। ਜ਼ਮੋਰਿਨ ਕੀ ਸੀ? ਸਮੁੰਦਰਾਂ ਦਾ ਰਾਜਾ, ਯਾਨੀ ਕਿ ਉਹਦੇ ਵਿੱਚ ਉਹ ਆਪਣੇ ਕੋਸਟ ਨੂੰ ਵਧੀਆ ਤਰੀਕੇ ਨਾਲ ਗਾਰਡ ਕਰਦਾ ਸੀ। ਜਦੋਂ ਉਹਨੂੰ ਪਤਾ ਚੱਲਿਆ ਕਿ ਵਾਸਕੋ ਡੀ ਗਾਮਾ ਆਇਆ ਤਾਂ ਉਹਨੇ ਤਹਿ ਦਿਲ ਨਾਲ ਨਿੱਘਾ ਸਵਾਗਤ ਕੀਤਾ। ਤਾਂ ਉਸ ਸਮੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਹੋਰ ਕਿਹੜੀ ਡਾਇਨੈਸਟੀ ਉਸ ਸਮੇਂ ਸਾਊਥ ਦੇ ਵਿੱਚ ਸੀ? ਵਿਜੇਨਗਰ ਕਿੰਗਡਮ। ਵਿਜੇਨਗਰ ਕਿੰਗਡਮ ਦੇ ਵਿੱਚ ਸਾਲੂਬਾ ਡਾਇਨੈਸਟੀ, ਸਾਲੂਬਾ, ਤਾਲੂਬਾ, ਠੀਕ ਹੈ, ਕਈ ਡਾਇਨੈਸਟੀਆਂ ਨੇ ਰਾਜ ਕੀਤਾ ਹੈ ਵਿਜੇਨਗਰ ਕਿੰਗਡਮ ਦੇ ਵਿੱਚ। ਤਾਂ ਸਾਲੂਬਾ ਡਾਇਨੈਸਟੀ ਦਾ ਰਾਜ ਸੀ ਉਸ ਸਮੇਂ। ਇਹ ਸਾਰੀ ਡਾਇਨੈਸਟੀ ਆਪਾਂ ਹਿਸਟਰੀ ਹੀ ਪੜ੍ਹਦੇ ਹੋਏ, ਜੋ ਪਿਛਲੀ ਪੜਾਂਗੇ ਆਪਾਂ ਮੈਡੀਏਵਲ ਹਿਸਟਰੀ, ਉਸ ਸਮੇਂ ਆਪਾਂ ਵਿਜੇਨਗਰ ਕਿੰਗਡਮ ਨੂੰ ਕਵਰ ਕਰਾਂਗੇ, ਠੀਕ ਹੈ। ਤਾਂ ਸਾਲੂਬਾ ਡਾਇਨੈਸਟੀ ਦਾ ਰਾਜ ਸੀ। ਉਹਦੇ ਵਿੱਚੋਂ ਵੀ ਤਿਰੂਮਲ ਜਾਂ ਇਮਾਦੀ ਨਰਸਿਮਾ ਦੋ ਸੀਗੇ ਸਾਲੂਬਾ ਡਾਇਨੈਸਟੀ ਦੇ ਰੂਲਰ ਜਿਸ ਸਮੇਂ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਇਆ। ਤਾਂ ਛੋਟੀ ਉਮਰ ਦੇ ਸੀ ਜਿਸ ਸਮੇਂ ਇਹ, ਤਾਂ ਉਹਨਾਂ ਦਾ ਦੇਖ ਰੇਖ ਨਰਸਾ ਨਾਇਕਾ ਕਰਦਾ ਸੀ। ਤਾਂ ਕੁਐਸਚਨ ਆ ਜਾਂਦਾ ਹੈ, ਹੂ ਵਾਜ਼ ਦਾ ਰੈਜੈਂਟ ਆਫ ਸਾਲੂਬਾ ਡਾਇਨੈਸਟੀ ਡਿਊਰਿੰਗ ਵਾਸਕੋ ਡੀ ਗਾਮਾ ਵਿਜ਼ਿਟ ਟੂ ਇੰਡੀਆ? ਤਾਂ ਨਰਸਾ ਨਾਇਕਾ ਉਹਦਾ ਆਨਸਰ ਹੈ। ਨਰਸਾ ਨਾਇਕਾ ਦੇ ਸਮੇਂ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਇਆ। ਜਾਂ ਇੱਕ ਹੋਰ ਕੁਐਸਚਨ ਕਿਸ ਤਰੀਕੇ ਨਾਲ ਬਣ ਸਕਦਾ ਆਪਣਾ ਇਸ ਦੇ ਵਿੱਚ, ਵਾਸਕੋ ਡੀ ਗਾਮਾ ਜਦੋਂ 1498 ਦੇ ਵਿੱਚ ਆਇਆ ਉਦੋਂ ਇੰਡੀਆ ਦੇ ਉੱਪਰ ਕਿਹੜੀ ਸਲਤਨਤ, ਠੀਕ ਹੈ, ਦਿੱਲੀ ਸਲਤਨਤ ਪੜਾਂਗੇ ਆਪਾਂ ਪਿਛਲੀ ਮੈਡੀਏਵਲ ਹਿਸਟਰੀ ਦੇ ਵਿੱਚ। ਤਾਂ ਦਿੱਲੀ ਸਲਤਨਤ ਦੇ ਉੱਪਰ ਕਿਸ ਡਾਇਨੈਸਟੀ ਦਾ ਰਾਜ ਸੀ? ਲੋਧੀ ਡਾਇਨੈਸਟੀ। ਲੋਧੀ ਡਾਇਨੈਸਟੀ ਵਿੱਚੋਂ ਕਿਸ ਰਾਜੇ ਦਾ ਰਾਜ ਸੀ? ਸਿਕੰਦਰ ਲੋਧੀ, ਠੀਕ ਹੈ। ਹੁਣ 1498, ਇੱਕ ਚੀਜ਼ ਯਾਦ ਰੱਖਿਓ, ਬਾਬਾ ਨਾਨਕ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ। ਤਾਂ ਬਾਬਾ ਨਾਨਕ ਦੇਵ ਜੀ ਦੇ ਸਮੇਂ ਵਾਸਕੋ ਡੀ ਗਾਮਾ ਨੇ ਇੰਡੀਆ ਦਾ ਰਸਤਾ ਸਮੁੰਦਰ ਰਾਹੀਂ ਹੀ ਲੱਭਿਆ, ਜਿਸ ਨੂੰ ਕੇਪ ਆਫ ਗੁੱਡ ਹੋਪ ਬੋਲਦੇ ਨੇ। ਤੇ ਇੱਕ ਹੋਰ ਗੱਲ ਯਾਦ ਰੱਖਣੀ ਇਸ ਦੇ ਵਿੱਚ, ਕੇਪ ਆਫ ਗੁੱਡ ਹੋਪ ਦੇ ਵਿੱਚ ਸਾਓ ਗੈਬਰੀਅਲ ਸਮੁੰਦਰੀ ਬੇੜਾ ਸੀ, ਤੇ ਵਾਸਕੋ ਡੀ ਗਾਮਾ ਦੇ ਨਾਲ ਉਸਦਾ ਭਰਾ ਪਾਓਲੋ ਵੀ ਆਇਆ ਸੀ। ਪਾਓਲੋ ਉਸਦਾ ਬ੍ਰਦਰ ਸੀ ਵਾਸਕੋ ਡੀ ਗਾਮਾ ਦਾ, ਉਹਦਾ ਵੀ ਇੱਕ ਸਮੁੰਦਰੀ ਬੇੜਾ ਇੰਡੀਆ ਦੇ ਵਿੱਚ ਆਇਆ ਸੀ, ਸਾਓ ਰਾਫੇਲ। ਸਾਓ ਰਾਫੇਲ ਦੇ ਵਿੱਚ ਉਹ ਇੰਡੀਆ ਦੇ ਵਿੱਚ ਆਇਆ ਸੀ।
ਤਾਂ ਪੁਰਤਗੀਜ਼ ਬਾਰੇ ਆਪਾਂ ਨੇ ਛੋਟੀ ਜਿਹੀ ਇੰਟਰੋਡਕਸ਼ਨ ਕੀਤੀ ਹੈ, ਪੂਰਾ ਪੁਰਤਗੀਜ਼ ਕਿੰਗਡਮ। ਇਸ ਤੋਂ ਬਾਅਦ ਉਹਨਾਂ ਨੇ ਕਿਵੇਂ ਕਿਵੇਂ ਗਵਰਨਰ ਬਣਾਏ, ਜੋ ਵੀ ਕੁਛ ਕੀਤਾ, ਪੁਰਤਗੀਜ਼ ਕੰਪਨੀ ਬਣੀ। ਠੀਕ ਹੈ, 1498 ਤੋਂ ਲੈ ਕੇ ਉਹਨਾਂ ਨੇ ਇੰਡੀਆ ਵਿੱਚ ਰਾਜ ਕਦੋਂ ਕੀਤਾ ਜੀ, 1498 ਤੋਂ ਲੈ ਕੇ 1961 ਤੱਕ ਉਹਨਾਂ ਨੇ ਇੰਡੀਆ ਦੇ ਵਿੱਚ ਰਾਜ ਕੀਤਾ। ਓਕੇ, ਤਾਂ ਆਪਾਂ ਹੁਣ ਨੈਕਸਟ ਸਲਾਈਡ ਤੇ ਚੱਲਦੇ ਹਾਂ। ਈਸਟ ਇੰਡੀਜ਼ ਕੰਪਨੀਜ਼ ਫਾਰਮੇਸ਼ਨ। ਭਾਵੇਂ ਕਿ ਪੁਰਤਗੀਜ਼ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਆ ਚੁੱਕੇ ਸੀ, ਪਰ ਸਭ ਤੋਂ ਪਹਿਲਾਂ ਜਿਹੜੀ ਕੰਪਨੀ ਬਣਾਈ ਜਾਂ ਕੰਪਨੀ ਦਾ ਚਾਰਟਰ ਤਿਆਰ ਕੀਤਾ ਗਿਆ ਉਹ ਬ੍ਰਿਟਿਸ਼ ਵੱਲੋਂ ਕੀਤਾ ਗਿਆ। ਬ੍ਰਿਟਿਸ਼ ਵੱਲੋਂ ਵੀ 1600 ਦੇ ਵਿੱਚ ਇਹ ਕੰਪਨੀ ਬਣ ਗਈ ਸੀ। ਠੀਕ ਹੈ, ਅੱਗੇ ਆਪਾਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ। ਜਸਟ ਤੁਸੀਂ ਸਾਲ ਦੇਖਦੇ ਜਾਓ ਕਿਹੜੀ ਕੰਪਨੀ ਕਦੋਂ ਬਣੀ ਹੈ ਤੇ ਪੁਰਤਗੀਜ਼ਾਂ ਨੇ ਕਦੋਂ ਬਣਾਈ ਹੈ। 1498 ਵਿੱਚ ਆਉਣ ਦੇ ਬਾਵਜੂਦ ਵੀ ਉਹਨਾਂ ਨੇ ਲਗਭਗ 130 ਸਾਲ ਲਗਾਤੇ ਕੰਪਨੀ ਬਣਾਉਣ ਲਈ। 1628 ਦੇ ਵਿੱਚ ਆ ਕੇ ਉਹਨਾਂ ਨੇ ਕੰਪਨੀ ਬਣਾਈ ਹੈ। ਡੱਚ, ਇਹਦੀ ਹੀ ਕਹਾਣੀ ਦੱਸਾਂਗੇ ਤੁਹਾਨੂੰ। ਇਹਨਾਂ ਵੱਲੋਂ ਦੋ ਬੰਦੇ ਸੀ, ਬ੍ਰਿਟਿਸ਼ ਵੱਲੋਂ ਰਾਲਫ ਫਿਚ, ਜਿਹਦੇ ਕਰਕੇ ਕਹਿ ਸਕਦੇ ਆਪਾਂ ਇੱਕ ਕੰਪਨੀ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਬਣ ਗਈ, ਜਾਂ ਜਿਸ ਕਿਉਂਕਿ ਰਾਲਫ ਫਿਚ ਨੇ ਹੀ ਕੁਝ ਚੀਜ਼ਾਂ ਦੱਸੀਆਂ ਜਾ ਕੇ ਵਾਪਿਸ। ਇਹ ਫਿਰ ਕਰਦੇ ਆਪਾਂ ਇਹ ਵਾਲੀ ਸਟੋਰੀ। ਤੇ ਡੱਚ ਵੱਲੋਂ ਸੀ, ਡੱਚ ਵਾਲਿਆਂ ਦਾ ਥੋੜਾ ਜਿਹਾ ਨਾਮ ਥੋੜਾ ਜਿਹਾ ਮੁਸ਼ਕਿਲ ਹੁੰਦਾ ਮਿਲਣਾ, ਤਾਂ ਪਲੀਜ਼ ਵੇਟ ਕਰੋ, ਮਾੜਾ ਜਿਹਾ ਦੱਸਦਾ ਤੁਹਾਨੂੰ ਇਹਦਾ ਨਾਮ। ਜੌਨ ਹਿਊਜਨਸ, ਜੌਨ ਹਿਊਜਨ ਵੈਨ ਲਿੰਕੋਸਟਨ, LINSCHOTN। ਇਹ ਥੋੜੇ ਨਾਮ ਡੱਚ ਕਿਹੜੇ ਨੇ, ਨੀਦਰਲੈਂਡ, ਹਾਲੈਂਡ ਵਾਲੇ, ਇਹਨਾਂ ਦੇ ਨਾਮ ਥੋੜੇ ਜਿਹੇ ਅਟਪਟੇ ਹੁੰਦੇ ਨੇ ਆਪਣੇ ਲਈ। ਤਾਂ ਇਹਦਾ ਨਾਮ ਸੀ ਜੈਨ ਹਿਊਜਨਸ ਵੈਨ ਲਿੰਕੋਸਟਨ। ਇਹ ਦੋ ਬੰਦਿਆਂ ਕਰਕੇ ਇਹ ਦੋ ਕੰਪਨੀਆਂ ਬਣ ਗਈਆਂ ਨੇ, ਯਾਨੀ ਕਿ ਜਿਨ੍ਹਾਂ ਨੇ ਮੁੱਢਲੀ ਇਨਫੋਰਮੇਸ਼ਨ ਦਿੱਤੀ ਸਮੁੰਦਰੀ ਰਸਤਿਆਂ ਬਾਰੇ। ਠੀਕ ਹੈ, ਆਪਣੇ ਆਪਣੇ ਦੇਸ਼ਾਂ ਦੇ ਵਿੱਚ, ਤੇ ਉਹਨਾਂ ਨੇ ਉਸ ਤੋਂ ਬਾਅਦ ਇੱਕ ਕੰਪਨੀਜ਼ ਤਿਆਰ ਕਰਕੇ ਇੰਡੀਆ ਦੇ ਵਿੱਚ ਵਪਾਰ ਕਰਨ ਲਈ ਭੇਜੀਆਂ। ਡੈਨਿਸ਼ ਆਏ 1616, ਡੈਨਿਸ਼ ਆਏ ਵੀ ਚਲੇ ਵੀ ਬਹੁਤ ਛੇਤੀ ਗਏ ਸੀ, ਜੇ ਚਲੇ ਗਏ ਉਹ ਬ੍ਰਿਟਿਸ਼ ਨੇ ਆਪਣੇ ਵਿੱਚ ਹੀ ਰਲਾ ਲਏ ਸੀ। ਪੁਰਤਗੀਜ਼ ਬਹੁਤ ਲੰਬੇ ਸਮੇਂ ਤੱਕ ਰਹੇ ਨੇ। ਫ੍ਰੈਂਚ ਸਭ ਤੋਂ ਬਾਅਦ ਆਏ ਨੇ 1664, ਉਸ ਤੋਂ ਬਾਅਦ ਸਵੀਡਿਸ਼ ਆਏ ਨੇ। ਸਵੀਡਿਸ਼ ਵਾਲਿਆਂ ਨੇ ਕੁਝ ਬਹੁਤਾ ਕੀਤਾ ਨਹੀਂ, ਬਸ ਥੋੜਾ ਬਹੁਤ ਹੀ ਕੰਮ ਜੋ ਕਰਕੇ ਮੁੜ ਗਏ ਨੇ। ਫ੍ਰੈਂਚ ਵਾਲਿਆਂ ਨਾਲ ਘਮਾਸਾਨ ਬ੍ਰਿਟਿਸ਼ ਵਾਲਿਆਂ ਦਾ ਚੱਲਦਾ ਰਹੂਗਾ। ਠੀਕ ਹੈ, ਇਹ ਆਪਾਂ ਹੁਣ ਅਗਲੀ ਸਲਾਈਡ ਤੇ ਚੱਲਦੇ ਹਾਂ ਜੀ। ਅਰਾਈਵਲ ਆਫ ਬ੍ਰਿਟਿਸ਼ ਐਂਡ ਇਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਹੁਣ ਆਪਾਂ ਰਾਲਫ ਫਿਚ ਬਾਰੇ ਮੈਂ ਗੱਲ ਕੀਤੀ ਸੀ। ਰਾਲਫ ਫਿਚ ਟਰੈਵਲਰ ਐਂਡ ਟ੍ਰੇਡਰ ਸੀ, ਜਿਹੜਾ ਕਿ ਬ੍ਰਿਟਿਸ਼ ਵੱਲੋਂ ਇੰਡੀਆ ਆਇਆ ਸੀ ਤੇ ਇੰਗਲੈਂਡ ਵਾਪਸ ਚਲਾ ਗਿਆ। ਫਸਟ ਇੰਗਲਿਸ਼ਮੈਨ ਸੀ ਜਿਹੜਾ ਕਿ ਅਕਬਰ ਦੀ ਕੋਰਟ ਦੇ ਵਿੱਚ 1585 ਦੇ ਵਿੱਚ ਪਹੁੰਚਿਆ। ਹੁਣ ਮੈਂ ਤੁਹਾਨੂੰ ਇਸ ਲਈ ਥੋੜਾ ਜਿਹਾ ਮੈਪ ਦਿਖਾਉਣਾ ਚਾਹੂੰਗਾ। ਇਹ ਮੈਪ ਹੈ, ਇਸ ਨੂੰ ਅਗਰ ਥੋੜਾ ਜਿਹਾ ਆਪਾਂ ਵੱਡਾ ਕਰ ਲਈਏ ਤਾਂ ਥੋੜਾ ਜਿਹਾ ਬਿਹਤਰ ਨਾਲ ਪੜ੍ਹ ਲਾਂਗੇ। ਠੀਕ ਹੈ, ਇਹ ਉੱਪਰ ਇੰਗਲੈਂਡ ਹੈ, ਲੰਡਨ ਤੋਂ ਇਹ ਇਹਨਾਂ ਦੇਸ਼ਾਂ ਵਿੱਚ ਦੀ ਹੁੰਦਾ ਹੋਇਆ, ਠੀਕ ਹੈ, ਇੱਥੇ ਪਹੁੰਚਿਆ ਸੀਰੀਆ ਦੇ ਵਿੱਚ। ਇੰਗਲੈਂਡ ਇੱਧਰ ਕਰ ਲਓ, ਸੀਰੀਆ ਦੇ ਵਿੱਚੋਂ ਆਪਣੀਆਂ ਨਦੀਆਂ ਦੇ ਵਿੱਚ ਹੀ ਠੀਕ ਹੈ, ਸੀਰੀਆ ਦੇ ਵਿੱਚੋਂ ਹੁੰਦਾ ਹੋਇਆ 2-3 ਜਗ੍ਹਾ ਤੋਂ ਘੁੰਮਦਾ ਹੋਇਆ ਇਹ ਪਹੁੰਚਿਆ ਫਿਰ ਆਪਣੇ ਇਸ ਪਰਸ਼ੀਅਨ ਗਲਫ ਦੇ ਵਿੱਚ। ਇਹ ਜਦੋਂ ਈਰਾਨ ਦੇ ਬਾਰਡਰ ਤੇ ਬੰਦਰ ਅਬਾਸ, ਇੱਥੇ ਜੇ ਕਹਿ ਲਓ ਇੱਕ ਇਹਨਾਂ ਦਾ ਪੋਰਟ ਹੈ ਬੰਦਰ ਅਬਾਸ, ਜਿੱਥੋਂ ਕਿ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਰਤਗਾਲੀਆਂ ਵੱਲੋਂ। ਠੀਕ ਹੈ, ਕਿਸ ਦੇ ਕਰਕੇ ਵੀ ਇਹ ਸਪਾਈ ਹੈ, ਇਨਫੋਰਮੇਸ਼ਨ ਇਕੱਠੀ ਕਰਨ ਆਇਆ ਹੈ। ਤਾਂ ਇਸ ਨੂੰ ਗ੍ਰਿਫਤਾਰ ਕਰਕੇ ਕਿੱਥੇ ਲਿਆਤਾ ਗਿਆ, ਗੋਆ ਦੇ ਵਿੱਚ ਲਿਆਤਾ ਗਿਆ। ਤੇ ਇਸ ਨੇ ਇਸ ਤਰੀਕੇ ਨਾਲ ਆਪਣਾ ਸਾਰਾ ਰਸਤਾ ਦੇਖ ਲਿਆ ਇੰਡੀਆ ਦਾ, ਇੰਡੀਆ ਕਿੱਦਾਂ ਪਹੁੰਚਿਆ ਜਾ ਸਕਦਾ ਹੈ ਉਰੋਂ ਤੋਂ। ਇਹਨੂੰ ਹਲੇ ਉਸ ਰਸਤੇ ਬਾਰੇ ਨਹੀਂ ਪਤਾ, ਪਰ ਫਿਰ ਵੀ ਪੁਰਤਗਾਲੀ ਪਹੁੰਚ ਰਹੇ ਨੇ ਤਾਂ ਇਹਨੇ ਇਨਫੋਰਮੇਸ਼ਨ ਦਿੱਤੀ ਕਿ ਪੁਰਤਗੀਜ਼ ਸਮੁੰਦਰੀ ਰਸਤੇ, ਪੁਰਤਗਾਲ ਦੇਖੋ ਕਿੱਥੇ ਹੈ, ਇਹ ਰਿਹਾ। ਠੀਕ ਹੈ, ਅਫਰੀਕਾ ਦੇ ਬਿਲਕੁਲ ਉੱਪਰ ਪੁਰਤਗਾਲ ਤੇ ਨਾਲ ਸਪੇਨ। ਠੀਕ ਹੈ, ਸਪੈਨਿਸ਼ ਵੀ ਨੇ, ਫ੍ਰੈਂਚ ਵੀ ਨੇ, ਤੇ ਉੱਪਰ ਆਪਾਂ ਕਹਿ ਸਕਦੇ ਹਾਂ ਨੀਦਰਲੈਂਡ ਵਾਲੇ, ਇਹ ਰਹੇ ਡੱਚ, ਇੰਗਲੈਂਡ ਵਾਲੇ, ਲੰਡਨ ਇੱਥੋਂ ਤੋਂ। ਠੀਕ ਹੈ, ਪੋਲੈਂਡ ਵਾਲੇ, ਬਹੁਤ ਹੀ ਦੇਸ਼ ਇੱਧਰ ਘੁੰਮ ਕੇ ਇਹਨਾਂ ਨੇ ਸਾਰਿਆਂ ਨੇ ਆਪਣੀਆਂ ਤਿਆਰ ਕੀਤੀਆਂ ਨੇ। ਸਪੇਨ ਵਾਲਿਆਂ ਨੇ ਵੈਸਟ 'ਚ ਜ਼ਿਆਦਾ ਕੀਤਾ, ਯਾਨੀ ਕਿ ਅਮਰੀਕਾ ਵਾਲੀ ਸਾਈਡ ਤੇ। ਠੀਕ ਹੈ, ਅਮਰੀਕਾ ਕੰਟੀਨੈਂਟ, ਸਾਊਥ ਅਮਰੀਕਾ ਜਾਂ ਨਾਰਥ ਅਮਰੀਕਾ ਕੰਟੀਨੈਂਟ ਦੇ ਵਿੱਚ ਐਕਸਪੀਡੀਸ਼ਨਸ ਜਿਹੜਾ ਲੱਭਿਆ, ਖੋਜ ਕੀਤੀ ਹੈ। ਪੁਰਤਗੀਜ਼ ਨੂੰ ਈਸਟ ਵਾਲੀ ਡਾਇਰੈਕਸ਼ਨ ਮਿਲੀ ਸੀ ਕਿ ਇਹ ਇੱਧਰ ਈਸਟ ਵੱਲ ਜਾ ਕੇ ਵਪਾਰ ਕਰ ਸਕਦੇ ਨੇ, ਕਿਉਂਕਿ ਪੁਰਤਗੀਜ਼ ਤੇ ਸਪੇਨ ਦਾ ਆਪਸ ਵਿੱਚ ਇਹ ਚੱਲਦਾ ਰਹਿੰਦਾ ਸੀ ਸਿਸਟਮ ਜੋ ਵੀ ਸੀ। ਤਾਂ ਹੁਣ ਇਹ ਇਹਦੇ ਵਿੱਚ ਦੀ ਘੁੰਮ ਕੇ ਇੱਥੋਂ ਦੀ ਆ ਗਿਆ, ਇੱਥੇ ਪਹੁੰਚ ਕੇ ਜਿੱਥੇ ਇਹਨੂੰ ਗ੍ਰਿਫਤਾਰ ਕੀਤਾ ਗਿਆ।
ਗੋਆ ਲਿਆ ਦਿੱਤਾ ਗਿਆ ਪੁਰਤਗਾਲ। ਪਰ ਫਿਰ ਉਹਨੂੰ ਉਸ ਸਮੇਂ ਦੇ ਜਿਹੜੇ, ਕਿਉਂਕਿ ਪੁਰਤਗੀਜ਼ ਜਾਂ ਲਾ ਲਓ ਇੰਗਲੈਂਡ ਵਾਲੇ, ਇਹਨਾਂ ਦਾ ਧਰਮ ਤਾਂ ਕ੍ਰਿਸਚਨ ਹੀ ਹੈ, ਤਾਂ ਜਿਹੜੇ ਕ੍ਰਿਸਚਨ ਪਾਦਰੀ ਸੀ, ਫਾਦਰ ਸੀ, ਉਹਨਾਂ ਨੇ ਜ਼ਿੰਮੇਵਾਰੀ ਦੇ ਕੇ, 2 ਕ੍ਰਿਸਚਨ ਫਾਦਰ ਸੀਗੇ, ਉਹਨਾਂ ਨੇ ਜ਼ਿੰਮੇਵਾਰੀ ਲੈਤੀ ਦੀ, ਇਹਨੂੰ ਰਿਹਾ ਕਰਵਾਇਆ ਤੇ ਇਹਨੂੰ ਛੱਡ ਦਿੱਤਾ ਗਿਆ। ਜਿੱਥੋਂ ਇਹ ਗੋਆ ਤੋਂ ਹੁੰਦਾ ਹੋਇਆ ਫਿਰ ਇਹ ਅਕਬਰ ਦੇ ਕੋਟ ਲਾਹੌਰ ਦੇ ਵਿੱਚ ਪਹੁੰਚਿਆ ਜਾ ਕੇ। ਠੀਕ ਹੈ, ਤੇ ਉਸ ਤੋਂ ਬਾਅਦ ਇਹਦੇ ਨਾਲ ਕਈ ਦੋਸਤ ਮਿੱਤਰ ਵੀ ਆਏ ਸੀ, ਆਪਾਂ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ, ਕੌਣ ਕੌਣ ਇਹਦੇ ਨਾਲ ਆਇਆ। ਠੀਕ ਹੈ, ਉਹਨੂੰ ਇਹ 1583 ਦੇ ਵਿੱਚ ਇਹਦੇ ਨਾਲ ਆਏ ਸੀ ਜੌਨ ਨਿਊਬੈਰੀ, ਜੌਨ ਐਲਡਰਡ, ਵਿਲੀਅਮ ਲੀਡਸ, ਜੇਮਸ ਸਟੋਰੀ। ਇਹ ਜੌਨ 1 2 3 ਤੇ 4 ਟੋਟਲ ਇਹ 5 ਜਣੇ ਇੰਗਲੈਂਡ ਤੋਂ ਹੁੰਦੇ ਹੋਏ ਘੁੰਮਦੇ ਫਿਰਦੇ ਪਹੁੰਚ ਗਏ ਕਿਸ ਸਮੁੰਦਰੀ ਬੇੜੇ ਰਾਹੀਂ? ਇਹ ਉੱਥੇ ਆਇਆ ਟਾਈਗਰ। ਠੀਕ ਹੈ, ਟਾਈਗਰ ਐਂਡ ਰੀਚ ਸੀਰੀਆ, ਸੀਰੀਆ ਪਹੁੰਚਿਆ ਟਾਈਗਰ ਬੇੜੇ ਦੇ ਵਿੱਚ। ਤੇ ਉਸ ਤੋਂ ਬਾਅਦ ਇਹਨੇ ਆਪਣੀ ਸੀਰੀਆ ਤੋਂ ਜਰਨੀ ਸਟਾਰਟ ਕੀਤੀ, ਈਰਾਨ ਹੁੰਦੇ ਹੋਏ ਇਹ ਇੰਡੀਆ ਦੇ ਵਿੱਚ ਗੋਆ ਦੇ ਵਿੱਚ ਦਾਖਲ ਹੋ ਗਿਆ। ਠੀਕ ਹੈ, ਇਹਦੇ ਕੋਲ ਇੱਕ, ਹੁਣ ਇਹ ਜਦੋਂ ਗੋਆ ਤੋਂ ਇਹ ਅਕਬਰ ਦੇ ਕੋਰਟ ਦੇ ਵਿੱਚ ਗਿਆ ਤਾਂ ਇਹਦੇ ਕੋਲ ਇੱਕ ਲੈਟਰ ਸੀ ਉਸ ਸਮੇਂ ਦੀ ਰਾਣੀ ਐਲਿਜ਼ਾਬੈਥ I, ਜੋ ਕਿ ਲਾਸਟ ਟੂਡੋਰ ਮੋਨਾਰਕ ਸੀ। ਟੂਡੋਰ ਉਹਨਾਂ ਦੀ ਘਰਾਣਾ ਹੈ, ਜਿਵੇਂ ਆਪਾਂ ਮੁਗਲ ਕਹਿੰਦੇ ਆ। ਠੀਕ ਹੈ, ਤਾਂ ਇਹਦਾ ਟੂਡੋਰ ਐਲਿਜ਼ਾਬੈਥ ਦਾ ਕਿਹੜੀ ਵੰਸ਼ ਤੋਂ ਹੈ? ਟੂਡੋਰ ਤੋਂ। ਟੂਡੋਰ ਐਲਿਜ਼ਾਬੈਥ ਦਾ ਲਾਸਟ ਸੀ ਇਹ, ਐਲਿਜ਼ਾਬੈਥ I ਟੂਡੋਰ ਮੋਨਾਰਕ ਦੀ, ਜਾਂ ਕਹ ਲਓ ਟੂਡੋਰ ਰਾਜ ਘਰਾਣੇ ਦੀ ਲਾਸਟ ਰਾਣੀ ਸੀ। ਉਸ ਤੋਂ ਬਾਅਦ ਇਹ ਸਾਰਾ ਜੈਕੋਬੀਅਨ ਯਾਨੀ ਕਿ ਜੇਮਸ ਕੋਲ ਚਲਾ ਗਿਆ। ਜੈਕੋਬੀਅਨ ਰੂਲਰ ਸੀ। ਉਸ ਤੋਂ ਬਾਅਦ ਜੈਕੋਬੀਅਨ ਰੂਲਰ ਜੇਮਸ I ਇੰਗਲੈਂਡ ਦਾ ਰਾਜਾ ਬਣਿਆ ਐਲਿਜ਼ਾਬੈਥ I ਤੋਂ ਬਾਅਦ। ਤਾਂ ਐਲਿਜ਼ਾਬੈਥ I ਨੇ ਇੱਕ ਲੈਟਰ ਲਿਖ ਕੇ ਦਿੱਤਾ ਸੀ, ਜਿਹਦੇ ਵਿੱਚ ਸਿਰਫ ਇਹ ਮੈਂਸ਼ਨ ਸੀ ਸਬਜੈਕਟ ਦੇ ਵਿੱਚ, ਰਿਕੁਐਸਟ ਫॉर ਦਾ ਸੇਫਟੀ ਆਫ ਇੰਗਲਿਸ਼ ਟ੍ਰੇਡ ਐਂਡ ਟਰੈਵਲਰ। ਉਹਨਾਂ ਵਾਸਤੇ ਕੀਤੀ ਗਈ ਸੀ ਕਿ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਇਹਨਾਂ ਦੀ ਦੇਖ ਰੇਖ ਕੀਤੀ ਜਾਵੇ। ਬਸ ਸਿਰਫ ਇਹ ਵਪਾਰ ਕਰਨ ਆਏ ਨੇ ਤਾਂ ਇਹਨਾਂ ਨੂੰ ਵਪਾਰੀਆਂ ਤਰ੍ਹਾਂ ਟਰੀਟ ਕਰਕੇ ਇਹਨਾਂ ਦੀ ਦੇਖ ਰੇਖ ਚੰਗੀ ਤਰੀਕੇ ਨਾਲ ਤੇ ਇਹਨਾਂ ਦਾ ਧਿਆਨ ਕੀਤਾ ਜਾਵੇ। ਠੀਕ ਹੈ, ਜੇਮਸ ਸਟੋਰੀ ਸੀ ਜਿਹੜਾ ਹੁਣ ਇਹਦੇ ਨਾਲ, ਜੇਮਸ ਸਟੋਰੀ ਤਾਂ ਉਹਨੇ ਤਾਂ ਗੋਆ ਵਿੱਚ ਹੀ ਰਹਿਣਾ ਪਸੰਦ ਕਰਿਆ, ਗੋਆ ਤੋਂ ਅਕਬਰ ਦੇ ਕੋਰਟ ਦੇ ਵਿੱਚ ਨਹੀਂ ਗਿਆ। ਇਹਦੇ ਨਾਲ ਗਿਆ ਸੀ ਜੌਨ ਨਿਊਬੈਰੀ। ਜੌਨ ਨਿਊਬੈਰੀ ਹੀ ਅੱਗੇ ਚੱਲਦਾ ਰਿਹਾ। ਜੌਨ ਐਲਡਰਡ ਸੀ ਜਿਹੜਾ, ਜੌਨ ਐਲਡਰਡ ਵੀ ਉਹ ਤਾਂ ਸੀਰੀਆ 'ਚ ਹੀ ਰਹਿ ਕੇ ਰੁਕ ਗਿਆ, ਉਹ ਨਹੀਂ ਅੱਗੇ ਆਇਆ ਪਰਸੀਅਨ ਗਲਫ ਤੋਂ, ਉਹ ਉੱਥੇ ਹੀ ਰੁਕਣਾ ਪਸੰਦ ਕੀਤਾ ਕਿ ਉੱਥੇ ਹੀ ਵਾਪਸ ਚਲਾ ਗਿਆ ਜੌਨ ਐਲਡਰਡ। ਠੀਕ ਹੈ, ਜੌਨ ਨਿਊਬੈਰੀ ਤੇ ਇਹ ਰਾਲਫ ਵਿੱਚ ਦੋਨੇ ਹੀ ਅਕਬਰ ਦੇ ਕੋਰਟ ਦੇ ਵਿੱਚ ਪਹੁੰਚੇ। ਠੀਕ ਹੈ, ਉਸ ਤੋਂ ਬਾਅਦ ਇਹ ਸਾਰੇ ਇੰਡੀਆ ਘੁੰਮੇ ਨੇ ਤੇ ਰਾਲਫ ਵਿੱਚ ਕੋਲ ਹੀ ਲੈਟਰ ਸੀ ਐਲਿਜ਼ਾਬੈਥ ਵੱਲੋਂ ਦਿੱਤਾ ਗਿਆ। ਤਾਂ ਆਪਾਂ ਸਭ ਤੋਂ ਪਹਿਲਾਂ ਹੀ ਕਰਦੇ ਹਾਂ ਕੁਐਸਚਨ ਕਿ ਸਭ ਤੋਂ ਪਹਿਲਾ ਬ੍ਰਿਟਿਸ਼ਰ ਕੌਣ ਸੀ ਜੋ ਇੰਡੀਆ ਦੇ ਵਿੱਚ ਪਹੁੰਚਿਆ ਤੇ ਵਾਪਸ ਚਲਾ ਗਿਆ? ਤਾਂ ਇਹ ਸੀ ਰਾਲਫ ਵਿੱਚ। ਤਾਂ ਇੱਕ ਹੋਰ ਇੰਟਰਸਟਿੰਗ ਸਟੋਰੀ ਹੈ, ਰਾਲਫ ਵਿੱਚ ਤੋਂ ਪਹਿਲਾਂ ਵੀ ਇੱਕ ਬ੍ਰਿਟਿਸ਼ਰ ਇੱਥੇ ਇੰਡੀਆ ਆ ਚੁੱਕਿਆ ਸੀ। ਠੀਕ ਹੈ, ਉਹਦਾ ਨਾਮ ਸੀ ਸੈਂਟ ਥੋਮਸ ਸਟੀਫਨਸ। ਸੈਂਟ ਥਾਮਸ ਸਟੀਫਨਸ ਜਿਹੜਾ ਕਿ ਇੱਕ ਪਾਦਰੀ ਸੀ, ਪੁਰਤਗਾਲੀਆਂ ਦੇ ਨਾਲ ਰਹਿੰਦਾ ਸੀ, ਪੁਰਤਗਾਲੀਆਂ ਨਾਲ ਉਹਨਾਂ ਦਾ ਇੱਕ ਚਰਚ ਦਾ ਪਾਦਰੀ ਸੀ। ਉਹ ਸੀ ਸਭ ਤੋਂ ਪਹਿਲਾਂ, ਜੇ ਕਿਸੇ ਪੁੱਛਿਆ ਜਾਵੇ, ਸਮੁੰਦਰੀ ਰਸਤੇ ਆਇਆ ਪਰ ਇਹ ਪੁਰਤਗਾਲੀ ਨਾਲ ਸੀ ਰੂਟ ਤੋਂ ਆਇਆ ਸੀ। ਠੀਕ ਹੈ, ਤਾਂ ਇਹ ਰਾਲਫ ਵਿੱਚ ਵੀ ਸੀ ਰੂਟ ਤੋਂ ਆਇਆ, ਅੱਧਾ ਸੀ ਰੂਟ ਅੱਧਾ ਲੈਂਡ ਰੂਟ, ਘੁੰਮਦਾ ਘੁਮਾਉਂਦਾ ਇਹ ਪਹੁੰਚਿਆ ਤੇ ਵਾਪਸ ਚਲਾ ਗਿਆ। ਤਾਂ ਸਭ ਤੋਂ ਪਹਿਲਾਂ ਅਕਬਰ ਦੇ ਕੋਰਟ ਦੇ ਵਿੱਚ ਕੌਣ ਪਹੁੰਚਿਆ? ਇੰਗਲਿਸ਼ ਰਾਲਫ ਵਿੱਚ ਹੈ ਜੀ, ਉਹ ਅਕਬਰ ਦੇ ਕੋਰਟ ਦੇ ਵਿੱਚ। ਠੀਕ ਹੈ, ਦੂਜਾ ਪੁਆਇੰਟ ਮੈਂ ਹੀ ਮੈਂਸ਼ਨ ਕੀਤਾ, ਫਸਟ ਇੰਗਲਿਸ਼ਮੈਨ ਟੂ ਵਿਜ਼ਿਟ ਅਕਬਰਸ ਕੋਰਟ ਇਨ 1585। ਤੇ ਉਸ ਤੋਂ ਬਾਅਦ ਜਿਹੜਾ ਸੀ ਇਹ ਲੀਡਸ ਦੀ ਗੱਲ ਰਹਿ ਗਈ। ਹੁਣ ਵਿਲੀਅਮ ਜੌਨ ਨਿਊਬੈਰੀ ਦੇ ਨਾਲ ਸਾਰਾ ਇੰਡੀਆ ਘੁੰਮਿਆ, ਰਾਲਫ ਵਿੱਚ ਦੇ ਨਾਲ ਸਾਰਾ ਇੰਡੀਆ ਜੌਨ ਨਿਊਬੈਰੀ ਘੁੰਮਿਆ। ਜੌਨ ਐਲਡਰਡ ਉੱਥੇ ਹੀ ਪਰਸੀਅਨ ਗਲਫ ਦੇ ਵਿੱਚ ਉੱਥੇ ਹੀ ਰੁਕ ਗਿਆ, ਉਹ ਅੱਗੇ ਨਹੀਂ ਆਇਆ। ਤੇ ਜੇਮਸ ਸਟੋਰੀ ਗੋਆ ਦੇ ਵਿੱਚ ਰੁਕ ਗਿਆ, ਇਹ ਨਹੀਂ ਅੱਗੇ ਵਧਿਆ। ਵਿਲੀਅਮ ਲੀਡਸ ਆਇਆ ਸੀ। ਠੀਕ ਹੈ, ਤਾਂ ਇਹ ਰੁਕ ਗਿਆ ਉੱਥੇ ਲਾਹੌਰ, ਇੱਥੇ ਆ ਕੇ ਲਾਹੌਰ ਦੇ ਵਿੱਚ ਆ ਕੇ ਪੋਰਟ ਜਵੈਲਰ, ਇਹਨੇ ਜਵੈਲਰੀ ਦਾ ਕੰਮ ਕੀਤਾ ਸ਼ੁਰੂ, ਉੱਥੇ ਹੀ ਰੁਕ ਗਿਆ, ਇਹ ਵੀ ਨਹੀਂ ਅੱਗੇ ਵਧਿਆ। ਤਾਂ ਜੌਨ ਨਿਊਬੈਰੀ ਤੇ ਰਾਲਫ ਫਿਚ ਨੇ ਪੂਰਾ ਇੰਡੀਆ ਘੁੰਮਿਆ। ਠੀਕ ਹੈ, ਬੰਗਾਲ ਹੁੰਦੇ ਹੋਏ ਸਾਰਾ ਕੁਛ ਦੇਖ ਕੇ ਫਿਰ ਇਹ ਵਾਪਸ ਗਏ ਨੇ। ਫਿਰ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਰਾਲਫ ਫਿਚ ਤੇ ਨੇ, ਉੱਥੇ ਜਾ ਕੇ ਆਪਣੀ ਕੁਈਨ ਐਲਿਜ਼ਾਬੈਥ ਨੂੰ ਕਿ ਇੰਡੀਆ ਦੇ ਵਿੱਚ ਆਪਾਂ ਇੱਦਾਂ ਦਾ ਪਹੁੰਚ ਸਕਦੇ ਹਾਂ, ਇਹ ਟ੍ਰੇਡ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਹੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਚਾਰਟਰ ਤਿਆਰ ਹੋਇਆ। ਠੀਕ ਹੈ, ਉਸ ਤੋਂ ਬਾਅਦ ਇੱਕ ਆਇਆ ਜਿਹਨੂੰ ਇੰਗਲਿਸ਼ ਇੱਕ ਚੰਗਾ ਨਹੀਂ ਮੰਨਦੇ, ਕਿਉਂਕਿ ਇਹ ਇੱਕ ਧੋਖੇਬਾਜ਼ ਸੀ। ਇਹ ਕਹ ਲਓ ਵੀ ਇਹਨੇ ਧੋਖਾ ਦੇ ਕੇ ਹੀ ਇੱਥੇ ਪਹੁੰਚਿਆ ਸੀ। ਠੀਕ ਹੈ, ਤੇ ਧੋਖੇ ਨਾਲ ਹੀ ਇਹ ਵਾਪਸ ਜੋ ਵੀ ਕੁਝ ਕਰਦਾ ਗਿਆ, ਇਹਨੇ ਬਿਲਕੁਲ ਸੱਚਾਈ ਨਹੀਂ ਦੱਸੀ।
ਜੌਨ ਮਿਲਡਨ ਹਾਲ ਅਕਬਰ ਦੇ ਕੋਰਟ ਦੇ ਵਿੱਚ ਸੀ। ਹੂ ਅਰਾਈਵਡ ਇਨ ਇੰਡੀਆ ਇਨ 1599 ਬਾਏ ਲੈਂਡ ਰੂਟ। ਠੀਕ ਹੈ, ਫਸਟ ਇੰਗਲਿਸ਼ ਸੀ ਅਕਬਰ ਦੇ ਕੋਰਟ ਦੇ ਵਿੱਚ ਲੈਂਡ ਰੂਟ ਰਾਹੀਂ ਆਇਆ। ਲਾਹੌਰ ਦੇ ਵਿੱਚ 1603 ਦੇ ਵਿੱਚ ਪਹੁੰਚਿਆ ਤੇ ਇਹਦੀ ਡੈਥ ਵੀ ਇੰਡੀਆ ਦੇ ਵਿੱਚ ਹੋਈ ਤੇ ਆਗਰਾ ਦੇ ਵਿੱਚ ਇਹਨੂੰ ਦਫਨਾਇਆ ਗਿਆ। ਇਹ ਜਿਨ੍ਹਾਂ ਨੇ ਇਹਨੂੰ ਹਾਇਰ ਕੀਤਾ ਸੀ ਉਹਨਾਂ ਨੂੰ ਇਹ ਧੋਖਾ ਦੇ ਕੇ ਪਰਸ਼ੀਆ ਆ ਗਿਆ। ਪਰਸ਼ੀਆ ਤੋਂ ਇਹ ਅਜਮੇਰ ਦੇ ਗਵਰਨਰ ਦੀ ਹੈਲਪ ਨਾਲ ਅਰੈਸਟ ਕੀਤਾ ਗਿਆ, ਅਕਬਰ ਦੇ ਕੋਰਟ 'ਚ ਆਇਆ ਗਿਆ ਤੇ ਉੱਥੇ ਇਹਨੇ ਵੀ ਵਪਾਰ ਦੀ ਹੀ ਗੱਲ ਕੀਤੀ। ਇਹ ਉਹਨਾਂ ਕੋਲੋਂ ਕੰਪਨੀ ਤੋਂ ਐਲਿਜ਼ਾਬੈਥ ਵੱਲੋਂ ਆਇਆ, ਪਰ ਇੰਗਲਿਸ਼ ਹਿਸਟਰੀ ਦੇ ਵਿੱਚ ਇਸ ਨੂੰ ਨਹੀਂ ਕੰਸੀਡਰ ਕਰਦੇ ਜੌਨ ਮਿਲਡਨ ਹਾਲ ਨੂੰ, ਕਿਉਂਕਿ ਇਹ ਇੱਕ ਧੋਖੇਬਾਜ਼ ਸੀ। ਵੈਸੇ ਇਹ ਪੁੱਛਿਆ ਜਾ ਸਕਦਾ ਹੂ ਵਾਸ ਦਾ ਫਸਟ ਇੰਗਲਿਸ਼ ਹੂ ਅਰਾਈਵਡ ਇਨ ਅਕਬਰਸ ਕੋਰਟ ਬਾਏ ਲੈਂਡ ਰੂਟ। ਠੀਕ ਹੈ, ਬਾਏ ਲੈਂਡ ਰੂਟ ਜੌਨ ਮਿਲਡਨ ਹਾਲ। ਇਹਦੇ ਲਈ ਯਾਦ ਰੱਖਣਾ ਬਸ ਜੌਨ ਮਿਲਡਨ ਹਾਲ ਲਈ। ਨੈਕਸਟ ਸਲਾਈਡ ਤੇ ਆ ਜਾਈਏ ਜੀ। ਠੀਕ ਹੈ, ਹੁਣ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਸ ਦਾ ਫਸਟ ਅਮੰਗ ਵੇਰੀਅਸ ਈਸਟ ਇੰਡੀਆ ਕੰਪਨੀਜ਼ ਫਾਰਮਡ ਐਂਡ ਇਟ ਵਾਸ ਗ੍ਰਾਂਟਡ ਐਨ ਇੰਗਲਿਸ਼ ਰਾਇਲ ਚਾਰਟਰ। ਉਹਨਾਂ ਨੇ ਇੱਕ ਚਾਰਟਰ ਇਸ਼ੂ ਕੀਤਾ, ਕੁਈਨ ਨੇ ਇਸ਼ੂ ਕੀਤਾ, ਜਿਹਦੇ ਵਿੱਚ ਕੰਪਨੀ ਬਣਾਈ ਗਈ। ਉਹਦਾ ਨਾਮ ਰੱਖਿਆ ਗਿਆ ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇਨਟੂ ਈਸਟ ਇੰਡੀਜ਼। ਕੁਈਨ ਐਲਿਜ਼ਾਬੈਥ ਵੱਲੋਂ 31 ਦਸੰਬਰ 1600। ਠੀਕ ਹੈ, ਇਹਨੂੰ ਜੌਨ ਕੰਪਨੀ ਵੀ ਹੀ ਕਹਿੰਦੇ ਸੀ ਪਹਿਲਾਂ, ਆਲਸੋ ਨੋਨ ਐਜ਼ ਜੌਨ ਕੰਪਨੀ। ਈਸਟ ਇੰਡੀਆਜ਼ ਕੰਪਨੀ ਦਾ ਪੂਰਾ ਨਾਮ ਕੀ ਸੀ ਜੀ? ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇਨਟੂ ਈਸਟ ਇੰਡੀਜ਼। ਠੀਕ ਹੈ, 31 ਦਸੰਬਰ 1600 ਨੂੰ ਇਹ ਬਣੀ। ਆਲਸੋ ਨੋਨ ਐਜ਼ ਜੌਨ ਕੰਪਨੀ, ਇਹਨੂੰ ਜੌਨ ਕੰਪਨੀ ਵੀ ਕਿਹਾ ਜਾਂਦਾ ਸੀ। ਇੰਡੀਆ ਦੇ ਵਿੱਚ ਇਹਦੀ ਕੰਪਨੀ ਨੂੰ ਕੀ ਕਿਹਾ ਜਾਂਦਾ ਸੀ? ਕੰਪਨੀ ਬਹਾਦਰ। ਜੇ ਕਿਸੇ ਨੇ ਛੋਟੇ ਹੁੰਦੇ ਵਾਰ ਤੇ ਖੋਜ ਜੇ ਦੂਰਦਰਸ਼ਨ ਦੇ ਉੱਪਰ ਸੀਰੀਜ਼ ਦੇਖੀ ਹੈ ਤਾਂ ਉਹਦੇ ਵਿੱਚ ਹਮੇਸ਼ਾ ਹੀ ਅਗਰ ਕੋਈ ਵੀ ਲੋਰਡ ਕਲਾਈਵ ਜਿੱਦਾਂ ਕਿ ਉਹਦੇ ਆਪਣੇ ਬੰਗਾਲ ਦੇ ਨਵਾਬਾਂ ਦੇ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਉਹਨੂੰ ਉਹ ਕੰਪਨੀ ਬਹਾਦਰ ਕਹਿ ਕੇ ਹੀ ਸੰਬੋਧਿਤ ਕਰਦੇ ਨੇ, ਕੰਪਨੀ ਬਹਾਦਰ। ਤਾਂ ਇੰਡੀਆ ਦੇ ਵਿੱਚ ਜਿਹੜੀ ਅਥਾਰਟੀ ਸੀ ਕੰਪਨੀ ਬਹਾਦਰ ਦੇ ਨਾਮ ਨਾਲ ਜਾਣੀ ਜਾਂਦੀ ਸੀ। ਤਾਂ ਹੁਣ ਜਦੋਂ ਇਹ ਕੰਪਨੀ ਤਿਆਰ ਹੋ ਗਈ ਤਾਂ ਹੁਣ ਕੰਪਨੀ ਨੇ ਤਿਆਰ ਹੋ ਕੇ ਆਉਣਾ ਵੀ ਸੀ ਇੰਡੀਆ। ਤਾਂ ਇਹਨਾਂ ਨੇ ਇੱਕ ਵੋਏਜ ਮੀਨਸ ਸਮੁੰਦਰੀ ਬੇੜੇ ਕਿੰਨੇ ਸੀ? ਠੀਕ ਹੈ, ਸਮੁੰਦਰੀ ਬੇੜੇ ਜਿਹੜੇ ਕਿ ਤਿਆਰ ਕੀਤੇ, ਫਿਰ ਉਹ ਇੰਡੀਆ ਦੇ ਵਿੱਚ ਆਏ। 13 ਫਰਵਰੀ 1601 ਨੂੰ ਫਸਟ ਵੋਏਜ। ਠੀਕ ਹੈ, ਫਸਟ ਵੋਏਜ ਮੀਨਸ 4-5 ਸਮੁੰਦਰੀ ਬੇੜੇ ਜਿਹੜੇ ਕਿ ਇੱਥੋਂ ਚੱਲੇ ਇੰਗਲੈਂਡ ਤੋਂ ਇੰਡੀਆ ਵੱਲ ਨੂੰ, ਪਰ ਉਹ ਪਹੁੰਚੇ ਨਹੀਂ। ਪਹੁੰਚਾਵਾਂਗੇ ਲਈ ਪਹੁੰਚੇ ਨਹੀਂ। ਉਹ ਇੰਡੋਨੇਸ਼ੀਆ, ਜਾਵਾ, ਮਲੇਸ਼ੀਆ ਉਸ ਤਰੀਕੇ ਉਧਰ ਨੂੰ ਚਲੇ ਗਏ। ਤਾਂ ਫਸਟ ਗਵਰਨਰ ਸੀ ਜਿਹੜਾ ਕੰਪਨੀ ਦਾ ਉਹ ਸੀ ਥੋਮਸ ਸਮਿਥ। ਠੀਕ ਹੈ, ਕੋਈ ਕੰਪਨੀ ਬਣੀ ਹੈ ਤਾਂ ਉਹਦਾ ਕੋਈ ਗਵਰਨਰ ਵੀ ਬਣਾਇਆ ਜਾਊਗਾ। ਤਾਂ ਥੋਮਸ ਸਮਿਥ ਉਹਦਾ ਕੰਪਨੀ ਦਾ ਗਵਰਨਰ ਸੀ। ਤੇ ਜਿਹੜਾ ਫਸਟ ਵੋਏਜ ਚੱਲਿਆ ਸੀ ਇਹ ਇੰਡੀਆ ਨੂੰ, ਸਰ ਜੇਮਸ ਲੈਂਗਸਟਰ ਦੇ ਅਧੀਨ ਚੱਲਿਆ ਸੀ। ਉਹ ਕਮਾਂਡਰ ਸੀ ਇਹਦਾ। ਤੇ ਸਮੁੰਦਰੀ ਬੇੜੇ ਦਾ ਨਾਮ ਕੀ ਸੀ? ਰੈੱਡ ਡਰੈਗਨ ਸੀ ਸਮੁੰਦਰੀ ਬੇੜੇ ਦਾ ਨਾਮ। ਤਾਂ ਜਿਹੜੀ ਹੁਣ ਇਹ ਕੰਪਨੀ ਬਣੀ ਸੀ ਜੌਨ ਕੰਪਨੀ, ਇਹਦੇ ਵਿੱਚ ਮੈਂ ਇੱਕ ਨੋਟ ਨੀਚੇ ਦਿੱਤਾ ਹੈ, ਤੁਸੀਂ ਪੜ੍ਹ ਸਕਦੇ ਹੋ, ਤੁਹਾਡੀ ਸਕਰੀਨ ਤੇ ਸ਼ਾਇਦ ਆ ਰਿਹਾ ਹੋਵੇਗਾ। ਇਟ ਵਾਜ਼ ਅ ਜੁਆਇੰਟ ਸਟਾਕ ਕੰਪਨੀ ਐਂਡ ਇਨੀਸ਼ੀਅਲੀ ਹੈਡ 125 ਸ਼ੇਅਰ ਹੋਲਡਰਸ। ਇਹਦੇ ਵਿੱਚ 125 ਸ਼ੇਅਰ ਹੋਲਡਰ ਸੀ ਸਟਾਰਟਿੰਗ ਦੇ ਵਿੱਚ। ਤਾਂ ਇਹ ਲੋ ਦੁਨੀਆ ਦੀ ਫਸਟ ਜੁਆਇੰਟ ਸਟਾਕ ਕੰਪਨੀ ਸੀ ਇਹ, ਫਸਟ ਜੁਆਇੰਟ ਸਟਾਕ ਕੰਪਨੀ। ਫਸਟ ਜੁਆਇੰਟ ਸਟਾਕ ਕੰਪਨੀ ਸੀ ਇਹ ਦੁਨੀਆ ਦੀ। ਠੀਕ ਹੈ, ਤੇ ਬਾਅਦ ਦੇ ਵਿੱਚ ਇਹ ਡਿਸੋਲਵ ਬਹੁਤ ਹੀ ਬਾਅਦ ਚ ਕੀਤੀ ਗਈ ਹੈ। ਉਧਰ ਜਿਹੜੀਆਂ ਬਾਕੀ 4 ਸ਼ਿਪਸ ਸੀ, ਠੀਕ ਹੈ, ਸਰ ਜੇਮਸ ਲੈਂਗਸਟਰ ਦੇ ਨਾਲ, ਜਿਹੜੀਆਂ ਕਿ ਇਧਰ ਨੂੰ ਆਉਣੀਆਂ ਸਟਾਰਟ ਹੋਈਆਂ। ਰੈੱਡ ਡਰੈਗਨ ਸਭ ਵਿੱਚ ਮੇਨ ਸੀ ਬੰਦਾ ਜਿਹੜਾ ਕਮਾਂਡਰ ਸੀ ਜੇਮਸ ਲੈਂਗਸਟਰ। ਹੈਕਟਰ, ਸੁਜ਼ਾਨ, ਗਿਫਟ ਐਂਡ ਅਸੈਂਸ਼ਨ, ਇਹ 4 ਹੋਰ ਸ਼ਿਪ ਸੀ ਜਿਹੜੇ ਕਿ ਇੰਡੀਆ ਵੱਲ ਨੂੰ ਪਹੁੰਚੀਆਂ ਪਰ ਸੂਰਤ ਦੇ ਪੋਰਟ ਤੇ ਨਹੀਂ ਪਹੁੰਚੀਆਂ। ਤੇ ਇਹ ਕਿੱਥੇ ਪਹੁੰਚ ਗਈਆਂ? ਜਾਵਾ, ਜਿੱਥੇ ਇਹਨਾਂ ਨੇ ਫਸਟ ਫੈਕਟਰੀ ਬੈਂਟਨ ਜਗ੍ਹਾ ਦਾ ਨਾਮ ਹੈ, ਜਾਵਾ ਇੰਡੋਨੇਸ਼ੀਆ ਦੇ ਵਿੱਚ ਫਸਟ ਕੰਪਨੀ ਸੈੱਟ ਕੀਤੀ। ਕੰਪਨੀ ਦਾ ਮਤਲਬ ਉਸ ਸਮੇਂ ਜਾਂ ਫੈਕਟਰੀ ਦਾ ਮਤਲਬ ਉਸ ਸਮੇਂ ਇਹ ਨਹੀਂ ਸੀ ਕਿ ਕਾਰਖਾਨਾ ਲਗਾ ਦਿੱਤਾ, ਬਸ ਇੱਕ ਗੋਦਾਮ ਬਣਿਆ ਜਿੱਥੇ ਵਿੱਚ ਉਹ ਮਾਲ ਖਰੀਦ ਕੇ ਸਟੋਰ ਕਰਦੇ ਸੀ। ਸਟੋਰ ਕਰਨ ਤੋਂ ਬਾਅਦ ਉਹਨੂੰ ਚੱਕ ਕੇ ਸ਼ਿਪਸ ਦੇ ਵਿੱਚ ਲੋਡ ਕਰਕੇ ਵਾਪਸ ਇੰਗਲੈਂਡ ਲਿਆ ਕੇ ਵੇਚਦੇ ਸੀ। ਉਸ ਨੂੰ ਹੀ ਫੈਕਟਰੀ ਬੋਲਿਆ ਜਾਂਦਾ ਸੀ ਉਸ ਸਮੇਂ। ਠੀਕ ਹੈ, ਤਾਂ ਇਸ ਸੱਚ ਕੋਈ ਇਦਾਂ ਦਾ ਕੋਈ ਕਾਰਖਾਨਾ ਨਹੀਂ ਇਹ ਆ ਕੇ ਲਗਾਉਂਦੇ ਸੀ, ਕੋਈ ਇਹਨਾਂ ਨੇ ਕੋਈ ਕਾਰਖਾਨਾ ਸ਼ੁਰੂ ਕਰ ਦਿੱਤਾ ਤਾਂ ਉਹ ਫੈਕਟਰੀ ਬਣ ਗਈ ਨਾ। ਉਸ ਇੱਕ ਤਰ੍ਹਾਂ ਦਾ ਗੋਦਾਮ ਜਿਸ ਤੋਂ ਆਪਾਂ ਕਹਿੰਦੇ ਸਟੋਰ ਰੂਮ ਕਹਿ ਸਕਦੇ ਹਾਂ, ਉਹੀ ਹੀ ਇਹਨਾਂ ਦਾ ਬਣਦੇ ਸੀ। ਹੁਣ ਇਹ ਜਿੱਥੇ ਪਹੁੰਚੇ, ਅਨਦਰ ਫੈਕਟਰੀ ਐਟ ਮਲੇਸ਼ੀਆ ਇਸ ਟਾਈਮ ਦਾ ਇੰਡੋਨੇਸ਼ੀਆ ਦੇ ਨਾਲ
ਉੱਥੇ ਪਹੁੰਚੇ, ਜਿਹਨੂੰ ਕਿ ਸਪਾਈਸ ਆਈਲੈਂਡ ਵੀ ਬੋਲਿਆ ਜਾਂਦਾ। ਕੁਐਸਚਨ ਆ ਜਾਂਦਾ ਵਿਚ ਆਈਲੈਂਡ ਇਜ਼ ਨੋਨ ਐਜ਼ ਦਾ ਸਪਾਈਸ ਆਈਲੈਂਡ। ਤਾਂ ਸਪਾਈਸ ਆਈਲੈਂਡ ਕਿਸ ਨੂੰ ਕਿਹਾ ਜਾਂਦਾ? ਮੋਲੱਕਸ ਨੂੰ। ਈਸਟਰਨ ਪਾਰਟ ਹੈ ਇਹ ਇੰਡੋਨੇਸ਼ੀਆ ਦਾ। ਹੁਣ 1601 ਦੇ ਵਿੱਚ ਇਹ ਬੇੜਾ ਚੱਲਿਆ ਸੀ। 1603 ਦੇ ਵਿੱਚ ਇਲਿਜ਼ਾਬੈਥ ਦੀ ਡੈਥ ਹੋ ਜਾਂਦੀ ਹੈ। ਦੇਖੋ ਇਲਿਜ਼ਾਬੈਥ ਦੇ ਸਮੇਂ ਇੰਡੀਆ ਦਾ ਸ਼ਾਸਕ ਅਕਬਰ ਸੀ। ਕੰਟੈਂਪਰੇਰੀ ਕਈ ਵਾਰ ਕੁਐਸਚਨ ਪੁੱਛਿਆ ਜਾ ਸਕਦਾ ਹੈ। ਜਦੋਂ ਇਲਿਜ਼ਾਬੈਥ 1 ਸੀ ਉਦੋਂ ਇੰਡੀਆ ਦਾ ਵਿੱਚ ਸ਼ਾਸਕ ਕੌਣ ਸੀ? ਅਕਬਰ ਸੀ। ਠੀਕ ਹੈ। ਇਲਿਜ਼ਾਬੈਥ 1603 ਦੇ ਵਿੱਚ ਪੂਰੀ ਹੋ ਜਾਂਦੀ ਹੈ ਜੀ, ਤੇ ਅਕਬਰ 1605 ਦੇ ਵਿੱਚ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਅਕਬਰ 1605 ਦੇ ਵਿੱਚ ਖਤਮ ਹੋ ਜਾਂਦਾ, ਮਰ ਜਾਂਦਾ। ਤਾਂ ਇਹ ਦੋ ਇੱਕ ਦੂਜੇ ਦੇ ਕੰਟੈਂਪਰੇਰੀ ਨੇ। ਉਸ ਤੋਂ ਬਾਅਦ ਇੰਗਲੈਂਡ ਦਾ ਆਉਂਦਾ ਜੇਮਸ, ਤੇ ਇੰਡੀਆ ਦੇ ਵਿੱਚ ਕਿਹੜਾ ਹੈ? ਜਹਾਂਗੀਰ। ਚੀਜ਼ਾਂ ਨੂੰ ਧਿਆਨ ਨਾਲ ਕਰਦੇ ਰਹੋ, ਇਹਨਾਂ ਨੂੰ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਕਵਰ, ਹੌਲੀ ਹੌਲੀ ਨਾਲ ਹੁੰਦੇ ਕੋਈ ਨਾ ਕੋਈ ਮਾੜਾ ਮੋਟਾ ਕੁਐਸਚਨ ਦੱਸਿਆ ਜਾਂਦਾ। ਠੀਕ ਹੈ। ਹੁਣ ਇਹ ਵਾਪਸ ਚਲਾ ਗਿਆ। ਜੇਮਸ ਲੈਂਗਸਟਨ ਨੂੰ ਜਦੋਂ ਪਤਾ ਚੱਲਿਆ ਇਲਿਜ਼ਾਬੈਥ ਦੀ ਡੈਥ ਹੋ ਗਈ ਹੈ ਤਾਂ ਉਹ ਵਾਪਸ ਇੰਗਲੈਂਡ ਚਲਾ ਗਿਆ। ਠੀਕ ਹੈ। ਤੇ ਉਹਨੂੰ ਨਵੇਂ ਰਾਜਾ ਜੇਮਸ 1 ਨੇ ਨਾਈਟਡ ਮੀਨਸ ਉਹਨੂੰ ਹੋਰ ਪਦਵੀ ਦੇ ਦਿੱਤੀ, ਨਾਈਟਹੁੱਡ ਕਰ ਦਿੱਤਾ ਗਿਆ, ਉਹਨੂੰ ਅੱਗੇ ਵਧਾ ਦਿੱਤਾ ਗਿਆ। ਉਸ ਤੋਂ ਬਾਅਦ ਆਇਆ ਆਪਣਾ, ਹਾਂਜੀ ਇਹ ਨਾਮ ਆਉਣਾ ਹੁਣ ਆਪਣਾ ਕੈਪਟਨ ਵਿਲੀਅਮ ਹੌਕਿੰਸ। ਇਹ ਹੈ ਮੇਨ। ਠੀਕ ਹੈ। ਹੁਣ ਇਹ ਆਊਗਾ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਰਾਲਫ ਫਿਚ ਦੀ, ਸਭ ਤੋਂ ਪਹਿਲਾਂ ਆਇਆ। ਠੀਕ ਹੈ। ਰਾਲਫ ਫਿਚ ਅਕਬਰ ਦੇ ਕੋਰਟ ਦੇ ਵਿੱਚ ਆਇਆ। ਜੌਨ ਮਿਲਡਨ ਆਇਆ ਅਕਬਰ ਦੇ ਕੋਰਟ ਦੇ ਵਿੱਚ। ਇਹ ਸਮੁੰਦਰੀ ਰਸਤੇ, ਇਹ ਲੈਂਡ ਰਸਤੇ। ਠੀਕ ਹੈ। ਕਰਨ ਕੀ ਸੀ? ਇੱਕ ਪਰਮਿਸ਼ਨ ਲੈਣ ਆਏ ਸੀ ਕਿ ਸਾਨੂੰ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕੈਪਟਨ ਵਿਲੀਅਮ ਹੌਕਿੰਸ ਵੀ ਇਸੇ ਚੀਜ਼ ਲਈ ਆਇਆ ਸੀ। ਕੈਪਟਨ ਵਿਲੀਅਮ ਹੌਕਿੰਸ ਦਾ ਬੇੜਾ 1607 ਦੇ ਵਿੱਚ ਚੱਲਿਆ। ਰੈਡ ਡਰੈਗਨ, ਹੈਕਟਰ, ਕੰਸਰਟ, ਇਹ ਸਮੁੰਦਰੀ ਬੇੜੇ ਸੀ ਜਿਹੜੇ ਉਸ ਸਮੇਂ ਸਟਾਰਟ ਹੋਏ ਇੰਗਲੈਂਡ ਤੋਂ ਇੰਡੀਆ ਵੱਲ ਨੂੰ। ਤੇ ਵਿਲੀਅਮ ਹੌਕਿੰਸ ਕਿਹਦਾ ਕਮਾਂਡਰ ਸੀ? ਹੈਕਟਰ ਦਾ। ਇਹੀ ਕੁਐਸਚਨ ਆ ਜਾਂਦਾ ਵਿਲੀਅਮ ਹੌਕਿੰਸ ਦੇ ਕੋਲ ਕਿਹੜਾ ਸਮੁੰਦਰੀ ਜਹਾਜ਼, ਜਾਂ ਵਿਲੀਅਮ ਹੌਕਿੰਸ ਕਿਸ ਸਮੁੰਦਰੀ ਜਹਾਜ਼ ਦਾ ਕਮਾਂਡਰ ਸੀ? ਤਾਂ ਉਹ ਹੈਕਟਰ ਦਾ ਸੀ। 1609 ਦੇ ਵਿੱਚ ਜਹਾਂਗੀਰ ਕੋਲ ਪਹੁੰਚਿਆ ਪਰਮਿਸ਼ਨ ਲੈਣ ਲਈ ਕਿ ਉਹਨੂੰ ਸੂਰਤ ਦੇ ਵਿੱਚ ਫੈਕਟਰੀ ਲਗਾਈ ਜਾਵੇ। ਸੂਰਤ ਇੱਕ ਪੋਰਟ ਸਿਟੀ ਹੈ। ਠੀਕ ਹੈ। ਸੂਰਤ ਪੋਰਟ ਸਿਟੀ ਕਿਸ ਨਦੀ ਤੇ ਹੈ? ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਸੂਰਤ ਪੋਰਟ ਸਿਟੀ ਕਿਸ ਨਦੀ ਦੇ ਕਿਨਾਰੇ ਤੇ ਹੈ? ਤੇ ਇਹਨੂੰ ਹੁਣ ਕੈਪਟਨ ਵਿਲੀਅਮ ਹੌਕਿੰਸ ਨੂੰ ਤੁਰਕਿਸ਼ ਲੈਂਗੁਏਜ ਆਉਂਦੀ ਸੀ, ਤੇ ਆਪਾਂ ਨੂੰ ਸਭ ਨੂੰ ਪਤਾ ਹੈ ਮੁਗਲਸ ਨੂੰ ਤੁਰਕਿਸ਼ ਆਉਂਦੀ ਸੀ ਕਿਉਂਕਿ ਉਹ ਉਧਰ ਦੇ ਹੀ ਵੰਸ਼ਜ ਸੀ। ਤਾਂ ਤੁਰਕਿਸ਼ ਲੈਂਗੁਏਜ ਦੇ ਵਿੱਚ ਨੇ ਜਹਾਂਗੀਰ ਦੇ ਨਾਲ ਗੱਲ ਕੀਤੀ, ਤਾਂ ਕਰਕੇ ਇਹਨੂੰ ਜਹਾਂਗੀਰ ਨੇ ਇੰਗਲਿਸ਼ ਖਾਨਵੀ ਕਿਹਾ। ਇੰਗਲਿਸ਼ ਖਾਨਵੀ ਨੂੰ ਜਹਾਂਗੀਰ ਨੇ ਕਿਹਾ। 1608 ਦੇ ਵਿੱਚ ਸੂਰਤ ਦੇ ਵਿੱਚ ਲੈਂਡ ਕਰ ਗਿਆ ਜੀ। ਵਿਲੀਅਮ ਹੌਕਿੰਸ 1607 ਦੇ ਵਿੱਚ ਚੱਲੇ 12 ਮਾਰਚ 1607 ਨੂੰ, ਤੇ 24 ਅਗਸਤ 1608 ਨੂੰ ਇਹ ਸੂਰਤ ਦੇ ਵਿੱਚ ਲੈਂਡ ਕਰ ਗਿਆ। ਹੈਕਟਰ ਵਾਜ਼ ਦਾ ਫਸਟ ਕੰਪਨੀ ਸ਼ਿਪ ਟੂ ਅਰਾਈਵ ਐਟ ਸੂਰਤ। ਹੁਣ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਸਮੁੰਦਰੀ ਬੇੜਾ ਕਿਹੜਾ ਆਇਆ? ਹੈਕਟਰ। ਹੈਕਟਰ ਸਮੁੰਦਰੀ ਸ਼ਿਪ ਕਿਸਨੇ ਭੇਜੀ? ਜੇਮਸ 1। ਕੌਣ ਰਾਜਾ ਸੀ ਹੁਣ? ਕਿਉਂਕਿ ਇਲਿਜ਼ਾਬੈਥ ਦੀ ਡੈਥ ਹੋ ਚੁੱਕੀ ਹੈ 1603 ਦੇ ਵਿੱਚ, ਤਾਂ ਹੁਣ ਕੌਣ ਰਾਜਾ? ਜੇਮਸ 1। ਤਾਂ ਇਨੀਸ਼ੀਅਲੀ ਜਿਹੜੀ ਕੰਪਨੀ ਨੂੰ, ਜਦੋਂ ਕੰਪਨੀ ਇਲਿਜ਼ਾਬੈਥ ਨੇ ਸਟਾਰਟ ਕੀਤੀ, 15 ਸਾਲ ਲਈ ਰਾਈਟ ਦਿੱਤਾ ਗਿਆ ਸੀ, 15 ਈਅਰ ਲਈ, ਕਿ ਇਹ ਵਪਾਰ ਕਰ ਸਕਦੇ ਨੇ। ਪਰ ਹੁਣ 1609 ਦੇ ਵਿੱਚ ਆ ਕੇ ਜਦੋਂ ਉਹਨਾਂ ਦਾ ਕੁਝ ਵੀ ਨਹੀਂ ਹੱਲ ਤੱਕ ਉਹਨਾਂ ਨੂੰ ਪਰਮਿਸ਼ਨ ਹੀ ਨਹੀਂ ਮਿਲੀ ਕਿਤੇ ਕੋਈ ਉਹ ਵਪਾਰ ਕਰ ਸਕਣ, ਕਿਉਂਕਿ ਉਸ ਸਮੇਂ ਵਪਾਰ ਕੀਤਾ ਪੁਰਤਗਾਲੀ 1498 ਦੇ ਵਿੱਚ ਇੰਡੀਆ 'ਚ ਆ ਚੁੱਕੇ ਨੇ। 1498 ਤੋਂ ਲੈ ਕੇ 1609 ਕਿੰਨਾ ਸਮਾਂ ਹੋ ਗਿਆ? ਲਗਭਗ 111 ਸਾਲ ਹੋ ਗਏ, 112 ਸਾਲ। ਤਾਂ ਪੁਰਤਗਾਲੀਆਂ ਦਾ ਬੋਲਬਾਲਾ ਇੰਡੀਆ ਦੇ ਵਿੱਚ ਓਬਵੀਅਸ ਇਹ ਹੋਣਾ, ਕੋਈ ਬੰਦਾ 112 ਸਾਲਾਂ ਤੋਂ ਕੋਈ ਜੇ ਇੱਥੇ ਰਹਿ ਰਿਹਾ ਤਾਂ ਉਹਦੀ ਹੀ ਪਹਿਲਾਂ ਮੰਨੀ ਜਾਏਗੀ ਬਜਾਏ ਕਿ ਕਿਸੇ ਨਵੇਂ ਬੰਦੇ ਦੀ। ਤਾਂ ਪੁਰਤਗਾਲੀਆਂ ਨੇ ਇਹਨਾਂ ਨੂੰ, ਇੰਗਲਿਸ਼ ਵਾਲਿਆਂ ਨੂੰ, ਕੰਪਨੀ ਦੀ ਇਜਾਜ਼ਤ ਲੈਣ ਵੀ ਨਹੀਂ ਦਿੱਤੀ ਅਕਬਰ ਜਾਂ ਜਹਾਂਗੀਰ ਕੋਲੋਂ, ਕਿਉਂਕਿ ਉਹਨਾਂ ਦਾ ਬਹੁਤ ਹੀ ਬੋਲਬਾਲਾ ਸੀ। ਕਿਉਂਕਿ ਪੁਰਤਗਾਲੀ ਸਮੁੰਦਰੀ ਰਸਤਿਆਂ ਦੇ ਵਿੱਚ ਮਾਹਰ ਸੀ, ਆਲਸੋ ਬਲੂ ਵਾਟਰ ਸੀ, ਉਹਨਾਂ ਨੂੰ ਸਮੁੰਦਰੀ ਜੰਗ ਵੀ ਆਉਂਦੀ ਸੀ। ਤਾਂ ਕਰਕੇ ਅਕਬਰ ਜਾਂ ਜਹਾਂਗੀਰ ਨੇ ਉਹਨਾਂ ਨੂੰ ਪਹਿਲ ਦਿੱਤੀ ਬਜਾਏ ਕਿ ਬ੍ਰਿਟਿਸ਼ਰਸ ਨੂੰ। ਪਰ ਬ੍ਰਿਟਿਸ਼ਰਸ ਹੁਣ ਨਵੇਂ ਆਏ ਨੇ, ਪਰ ਇਹ ਬਹੁਤ ਹੀ ਤੇਜ਼ ਨੇ, ਤੇ ਹੌਲੀ ਹੌਲੀ ਇਹ ਜ਼ਿਆਦਾ ਫੈਲਦੇ ਜਾਣਗੇ, ਸਿੱਖਦੇ ਜਾਣਗੇ, ਤੇ ਪੁਰਤਗੀਜ਼ ਨੂੰ ਪਿਕਚਰ ਦੇ ਵਿੱਚੋਂ ਹਟਾਉਂਦੇ ਜਾਣਗੇ। ਠੀਕ ਹੈ। ਪੁਰਤਗੀਜ਼ ਦੇ ਪ੍ਰੈਸ਼ਰ ਦੇ ਕਰਕੇ ਪਰਮਿਸ਼ਨ ਵਿਡਰਾਉਣ ਕਰਤੀ। ਪਹਿਲਾਂ ਤਾਂ ਪਰਮਿਸ਼ਨ ਦੇ ਦਿੱਤੀ ਸੀ, ਠੀਕ ਹੈ, ਬਾਅਦ ਚ ਵਿਡਰਾਉਣ ਕਰ ਦਿੱਤੀ ਗਈ। ਹਾਕਿੰਸ ਮੁਗਲ ਅੰਪਾਇਰ ਦੇ 1609 ਤੋਂ ਲੈ ਕੇ 1611 ਤੱਕ ਰਿਹਾ, ਪਰ ਉਹ ਆਪਣਾ ਡਿਸੀਜ਼ਨ ਜਹਾਂਗੀਰ ਤੋਂ ਰਿਵਰਸ ਨਾ ਕਰਾ ਸਕਿਆ ਪਰਮਿਸ਼ਨ ਲੈਣ ਦਾ। ਠੀਕ ਹੈ। ਤੇ ਉਹ ਵਾਪਸ ਚਲਾ ਗਿਆ। ਠੀਕ ਹੈ। ਤੇ ਉਹ 2 ਸਾਲਾਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ, ਤੇ ਕੈਪਟਨ ਵਿਲੀਅਮ ਹੌਕਿੰਸ ਦੇ ਲਈ ਇਹ
क्वेश्चन बन सकते हैं। इंग्लिश खान किसनूं कहा गया, ठीक है, किहदे कोर्ट दे विच आया, जहांगीर दे कोर्ट दे विच आया, किहड़ी लैंगुएज आउंदी सी, तुर्किश लैंगुएज आउंदी सी, किहड़ा समुद्री बेड़ा सी, इहदा हैक्टर सी, ठीक है, हैक्टर किहड़ी शिप सी जिहड़ी सब तो पहला इंडिया दे विच पहुंची। ओके, उस तो बाद आ जांदा निकोलस डाउनटाउन, इहदे लई कुछ ज़्यादा नहीं है, बस एक ही गल है 1614 दे विच आया ये, ठीक है। इन्हें पुर्तगालियों के खिलाफ एक लड़ाई जीती, जितों जहांगीर जा कह लो मुगल इंप्रैस हो गए ने, तो उन्होंने रैपूटेशन ब्रिटिशर्स की बनती गई है हुण उन्होंने ਜਾਂ मुगलों के दिमाग के कि हाँ ब्रिटिशर्स पावरफुल ने पुर्तगालियों तो, क्योंकि पुर्तगालियों तो निकोलस डाउनटाउन ने जित चुक्या बैटल। निकोलस डाउनटाउन तो बाद आया अपना उन्होंने थॉमस रो, हूँ यह अपनी कहानी थोड़ी जी अगे बढ़ी जाऊगी। थॉमस रो, थॉमस रो जैकोबियन एंड एलिजाबेथन पीरियड का एक डिप्लोमैट सी, यानी कि जिन्हें थॉमस रो ने एलिजाबेथ के टाइम से भी काम किया है, जेम्स वन के टाइम से भी काम किया है, करके इन्हू आपां कहने इंग्लिश डिप्लोमैट है, जिन्हें जैकोबियन ते एलिजाबेथन पीरियड के विच काम किया है। तो यह बहुत ही चुस्त चलाक ते कनिंग कह सकते हैं, बहुत ही एक्सपीरियंस बंदा सी ते दलेर भी सी, स्किल्स भी है इहदे कोल। तां इन्हें ही फस्ट परमानेंट फैक्ट्री की परमिशन लेती है मुगलों कोलों आके, जहांगीर कोलों आके जिहड़ा फरमान जारी करवाया 1615 के आउंदा है, ठीक है। अंबैसडर है किंग ऑफ इंग्लैंड जेम्स वन का फरमान मिलता इनू, तो इन्हें एक जर्नल लिखिया, जर्नल का नाम से द मिशन टू मुगल अंपायर, द मिशन टू मुगल अंपायर, ठीक है। फस्ट परमानेंट फैक्ट्री सैटअप हुई है थॉमस रो के कारण। थॉमस रो एक्सपीरियंस वो मैं तुम दस दिता हाँ। 1623 ने होर जगह पर भी फैक्ट्रीज जिमें कि भरूच, आगरा, मसूलीपट्टनम, अहमदाबाद, यह जगह पर भी इसने फैक्ट्रीज एस्टैबलिश करवाइया ने। तो मैं तुहानू एक क्वेश्चन पूछा सी, सूरत किस नदी से है? सूरत किस नदी से है जी? ताप्ती, ठीक है। पोर्ट सिटी है, ताप्ती नदी से है, मेन पोर्ट है इंडिया का उस समय का, क्योंकि जो भी आता है सूरत के फैक्ट्री लगाना चाहता है, क्योंकि समुद्री रास्ते राही व्यापार करना, एक जगह तो दूसरी जगह समान लैके जाना आसान है। ये ब्रिटिशर समुद्री रास्ते ही क्यों आए, लैंड रास्ते क्यों नहीं आए? क्योंकि मानते हैं क्रिश्चियन धर्म है ब्रिटिशर्स का, ये क्रिश्चियन ने, तो समुद्री रास्ते जगर ये धरती के रास्ते आते लैंड रूट राही आते, तो इन्होंने अरब्स दे विच अरबां कोलों गुजरना पैंदा, ते रास्ते मुस्लिम रूलर ने होर उन्हां नाल गुजरना पैंदा, तो क्रिश्चियन ते मुस्लिम की हमेशा तो ही बनती नहीं, ठीक है। एक दूजे नाल ये लड़ते ही रहे ने सारी उम्र, हुण भी लड़ रहे ने, हुण भी यही कुछ चलता पे अपनी दुनिया के विच, ठीक है। तां करके इन्होंने क्रिश्चियंस ने सोचा भी बुलाया कि लैंड रूट जो कि कंट्रोल करते हैं अरब या मुस्लिम रूलरस, तो उन्होंने आपां बाईपास ही कर दें, आपां लैंड रूट की बजाय सी रूट ही व्यापार करते हैं, तो इंडिया तो समान ले जाके ब्रिटिश उत्थे इंग्लैंड के वधिया बेचते सी, बनाते सी, क्योंकि इंडिया तो कच्चा माल ही लै लैंदे सी। मेनली काहदा, मेनली की सी नाल ही क्लोव, लौंग, वो सब तो मेन सी व्यापार दे विच, ठीक है। उस तो बाद आ जाती अपनी एक बैटल होंदी है, छोटी जी लड़ाई होंदी है पुर्तगीज ते ब्रिटिशर दे विच, पुर्तगीज बनाम ब्रिटिशर्स, जिहदे विच ब्रिटिशर्स जितते हैं, विन करते हैं, तो ये इन्हां दी रैपूटेशन मुगलों के ज़्यादा वधिया हो जाती है कि ये समुद्री बेड़ियां दे विच सक्षम ने। तो हुण मुगल पुर्तगीज तो पिछे हटते जाएंगे तो ब्रिटिशर्स नूं अपनाते जाएंगे, क्योंकि इन्हां तो उन्होंने फायदा लग रहा, क्योंकि मुगल आप तो समुद्री रास्त्या या समुद्री लड़ाई के निपुण नहीं सी, धरती के उपरों वधिया लड़ते सी, पर समुद्र के उन्होंने कोल कुछ भी नहीं सी, तो हुण ओह तां इन्हां नाल रलणगे कि ये समुद्र के रास्ते अपना राज नूं बचा सकते हैं, क्योंकि ये ब्रिटिशर्स होरां नूं नहीं आउण देणगे, वो ये सोचते होणगे, ठीक है। पुर्तगीज मोनोपोली सी बैटल ऑफ सवैली का की कारण है, सवैल एक जगह का नाम है, ठीक है, सूरत बंबे कोल, उत्थे ही यह है पुर्तगीज मोनोपोली सी, अपन पढ़े ही है 1498 तो लैके, ठीक है, ये जब तक लड़ाई नहीं होंगी 1611, ठीक है, 1611-12 के लड़ाई हुई है, 1611-12 के उदों तक ये समुद्र इत्थे रास्ते च मोनोपोली की है पुर्तगीज की, ठीक है। तो दो कंपनियां बनिया ने,
द कंपनी ऑफ मर्चेंट्स एडवेंचर फाउंडेड इन 1552 ਦੇ ਵਿੱਚ ਮਰਚੈਂਟ ਐਡਵੈਂਚਰਸ ਇੱਕ ਨਾਮ ਦੀ ਕੰਪਨੀ ਬਣੀ ਹੈ, ਜਿਹੜੀ ਕਿ ਬਾਅਦ ਚ ਮਸਕੋਵੀ ਕੰਪਨੀ ਬਣ ਗਈ। ਠੀਕ ਹੈ, ਉਸ ਤੋਂ ਬਾਅਦ ਜੌਨ ਕੰਪਨੀ ਬਣ ਗਈ ਤੇ ਪੂਰਾ ਨਾਮ ਆਪਾਂ ਉਹਦਾ ਪੜ੍ਹਿਆ ਹੀ ਹੈ। ਠੀਕ ਹੈ, ਪੂਰਾ ਨਾਮ ਕੀ ਸੀ ਈਸਟ ਇੰਡੀਆ ਕੰਪਨੀ ਦਾ? ਪੁਰਾਣਾ ਨਾਮ ਇਸਦਾ ਪੁਰਾਣਾ ਨਾਮ ਆਪਾਂ ਪਿਛਲੀ ਸਲਾਈਡ ਦੇ ਵਿੱਚ ਕੀਤਾ ਹੈ, ਗਵਰਨਰ। ਬਹੁਤ ਲੰਬਾ ਚੌੜਾ ਜਿਹਾ ਨਾਮ ਸੀ, ਇੱਕ ਵਾਰ ਦੁਬਾਰਾ ਤੋਂ ਦੇਖ ਲਓ। गवर्नर एंड कंपनी ऑफ मर्चेंट्स ऑफ लंडन ट्रेडिंग इनटू ईस्ट इंडीज। ठीक है, ਇਹਦਾ ਪੁਰਾਣਾ ਨਾਮ ਸੀ। ਆਪਾਂ ਹੁਣ ਆ ਗਏ ਹਾਂ ਬੈਟਲ ਆਫ ਸਵੈਲ ਤੇ। ਟੂ ਇੰਡੀਵਿਜੂਅਲਸ ਜਿਨ੍ਹਾਂ ਨੇ ਇਹ ਜਾਣਕਾਰੀ ਇਕੱਠੀ ਕਰਕੇ ਆਪਣੀ ਆਪਣੀ ਗਵਰਨਮੈਂਟ ਜਾਂ ਆਪਣੇ ਆਪਣੇ ਰਾਜਾਂ ਨੂੰ ਦਿੱਤੀ। ਰਾਲਫ ਫਿਚ ਤੇ ਜਾਨ ਹਿਊਜਨਸ ਵੈਨ ਲਿੰਕੋਸਟਨ, ਇਹਨਾਂ ਦੋਨਾਂ ਨੇ ਇਨਫੋਰਮੇਸ਼ਨ ਇਕੱਠੀ ਕੀਤੀ। ਜਾਨ ਹਿਊਜਨਸ ਵੈਨ ਲਿੰਕੋਸਟਨ ਪੁਰਤਗਾਲੀਆਂ ਲਈ ਕੰਮ ਕਰਦਾ ਰਿਹਾ ਕਿੰਨੇ ਸਾਲ। ਠੀਕ ਹੈ, ਕੰਮ ਕਰਕੇ ਉਹਨੇ ਸਮੁੰਦਰੀ ਰਸਤੇ ਸੀ ਜਿਹੜੇ ਕਾਪੀ ਕੀਤੇ, ਜਿਹੜੇ ਮੈਪ ਹੁੰਦੇ ਨੇ ਕਾਪੀ ਕੀਤੇ, ਜਾਣਕਾਰੀ ਇਕੱਠੀ ਕੀਤੀ। ਇੰਡੀਆ ਦੇ ਵਿੱਚ ਕਿਹੜੇ ਕਿਹੜੇ ਪੋਰਟ ਨੇ, ਕਿੱਥੇ ਕਿੱਥੇ ਸਮੁੰਦਰੀ ਬੇੜੇ ਆ ਸਕਦੇ ਨੇ ਤੇ ਜਿੱਥੋਂ ਮਾਲ ਲਿਆ ਜਾ ਸਕਦਾ ਤੇ ਕਿੱਦਾਂ ਇੰਡੀਆ ਦੇ ਵਿੱਚ ਸ਼ਾਸਨ ਚੱਲਦਾ ਹੈ। ਠੀਕ ਹੈ, ਕੌਣ ਰਾਜਾ ਹੈ, ਸਾਰਾ ਕੁਝ ਇਨਫੋਰਮੇਸ਼ਨ ਇਕੱਠੀ ਕਰਕੇ ਇਹਨਾਂ ਨੇ ਆਪਣੇ ਆਪਣੇ ਰਾਜਿਆਂ ਨੂੰ ਦਿੱਤੀ, ਇਹ ਦੋ ਬੰਦਿਆਂ ਨੇ। ਹੁਣ ਜਿਹੜਾ ਸੀ ਇਹ ਸਮੁੰਦਰੀ ਬੇੜਾ 10th ਵੋਏਜ ਮੀਨਸ 10ਵੀਂ ਵਾਰ ਇੰਗਲੈਂਡ ਤੋਂ ਸਮੁੰਦਰੀ ਬੇੜੇ ਰੈਡ ਡਰੈਗਨ ਫਿਰ ਚੱਲਿਆ ਜੀ। ਠੀਕ ਹੈ, 10ਵੀਂ ਵਾਰ। ਪਹਿਲੀ ਵਾਰ ਸਭ ਤੋਂ ਪਹਿਲਾਂ ਕੌਣ ਸੀ? ਜੇਮ ਲੈਂਗਸਟਰ। ਠੀਕ ਹੈ, ਉਸ ਤੋਂ ਬਾਅਦ ਉਹਨੇ 10ਵਾਂ ਜਦੋਂ ਲੜਾਈ ਹੋਈ ਹੈ 1612 ਦੇ ਵਿੱਚ, ਉਹ 1601 ਦੇ ਵਿੱਚ ਚੱਲਿਆ ਜੀ ਪਹਿਲਾ, ਤੇ 10ਵਾਂ ਆਇਆ 1612 ਦੇ ਵਿੱਚ। ਰੈਡ ਡਰੈਗਨ ਫਿਰ ਹੈ, ਰੈਡ ਡਰੈਗਨ ਵੀ ਘੁੰਮਦਾ ਫਿਰਦਾ ਸਾਰੇ ਸਮੁੰਦਰੀ ਬੇੜਾ। ਓਬਵੀਅਸਲੀ ਜੀ ਗੱਲ ਹੈ, ਕੋਈ ਆਪਾਂ ਸਮੁੰਦਰੀ ਜਹਾਜ਼ ਬਣਾਇਆ ਤਾਂ 100 ਸਾਲ ਲਈ ਤਾਂ ਨਹੀਂ ਹੋਏਗਾ, ਕਈ ਸਾਲ ਕੰਮ ਕਰਦਾ ਰਹਿੰਦਾ, ਫਿਰ ਉਸ ਨੂੰ ਰਿਟਾਇਰ ਕੀਤਾ ਜਾਂਦਾ। ਇਹ ਰੂਸ ਸੂਰਤ ਦੇ ਵਿੱਚ ਪਹੁੰਚਿਆ 1612 ਦੇ ਵਿੱਚ। ਹੁਣ 1612 ਜਦੋਂ ਸੂਰਤ ਦੇ ਵਿੱਚ ਪਹੁੰਚਿਆ ਤਾਂ ਪੁਰਤਗਾਲੀਆਂ ਨੂੰ ਖਬਰ ਹੋਈ ਕਿ ਇਹ ਫਿਰ ਇੱਥੇ ਇੰਡੀਆ ਦੇ ਵਿੱਚ ਆਏ ਨੇ ਵਿਲੀਅਮ ਹੌਕਿੰਸ ਤੋਂ ਬਾਅਦ। ਵਿਲੀਅਮ ਹੌਕਿੰਸ ਆਇਆ ਸੀ 1609 ਦੇ ਵਿੱਚ। ਠੀਕ ਹੈ, ਉਹਨੂੰ ਪਰਮਿਸ਼ਨ ਨਹੀਂ ਮਿਲੀ, ਉਹ ਵਾਪਸ ਚਲਾ ਗਿਆ। ਤੇ ਹੁਣ ਫਿਰ ਆਇਆ ਇਹ 10th ਵੋਏਜ ਇੰਗਲੈਂਡ ਤੋਂ, ਇੰਗਲੈਂਡ ਦੀ ਜਗ੍ਹਾ ਜਿੱਥੋਂ ਇਹ ਚੱਲਿਆ ਗ੍ਰੇਵਜ਼ਐਂਡ, ਉੱਥੋਂ ਚੱਲਿਆ ਸੂਰਤ ਪਹੁੰਚਿਆ 1612 ਦੇ ਵਿੱਚ। ਪੁਰਤਗਾਲੀਆਂ ਨੂੰ ਖਬਰ ਹੋਈ ਤਾਂ ਉਹਨਾਂ ਨੇ ਇਹਨੂੰ ਘੇਰਾਬੰਦੀ ਹੀ ਕਰ ਲਈ, ਯਾਨੀ ਕਿ ਛੋਟੇ ਛੋਟੇ ਆਪਣੀਆਂ ਕਿਸ਼ਤੀਆਂ ਲਿਆ ਕੇ ਉਹਨਾਂ ਨੇ ਰੈਡ ਡਰੈਗਨ ਨੂੰ ਘੇਰ ਲਿਆ। ਤਾਂ ਇੱਕ ਲੜਾਈ ਹੋਈ ਦੋਨਾਂ ਦੇ ਵਿੱਚ, ਜਿਹਦੇ ਵਿੱਚ ਥਾਮਸ ਵੈਸਟ ਜਿਹੜਾ ਕਿ ਰੈਡ ਡਰੈਗਨ ਦਾ ਕਮਾਂਡਰ ਸੀ, ਉਹ ਜਿੱਤ ਗਿਆ ਤੇ ਉਹਨੇ ਆਪਣੇ ਇੱਕ ਬੰਦੇ ਐਂਥਨੀ ਸਟਾਰਕੀ ਨੂੰ ਆਰਡਰ ਦਿੱਤੇ। ਥਾਮਸ ਵੈਸਟ ਤੋਂ ਆਰਡਰ ਲੈਤੇ ਉਹਨੇ, ਆਪਣੀ ਸਕਸੈਸ ਵੀ ਉਹ ਪੁਰਤਗਾਲੀਆਂ ਨੂੰ ਉਹਨਾਂ ਨੇ ਹਰਾਤਾ ਤੇ ਉਹ ਉਹਨੂੰ ਨਜ਼ਦੀਕ ਹੈ ਆਪਣੀ ਪਰਮਿਸ਼ਨ ਲੈਣ ਦੇ, ਇੰਡੀਆ ਦੇ ਵਿੱਚ ਫਸਟ ਫੈਕਟਰੀ ਸੈਟਅਪ ਕਰਨ ਦੇ। ਠੀਕ ਹੈ, ਉਹ ਪਰਮਿਸ਼ਨ ਲੈਣ ਦੇ ਨਜ਼ਦੀਕ ਪਹੁੰਚ ਗਿਆ ਤੇ ਉਹਨੇ ਐਂਥਨੀ ਸਟਾਰਕੀ ਨੂੰ ਲੈਟਰ ਦੇ ਕੇ ਲੈਂਡ ਰੂਟਰ ਦੇ ਰਾਹੀਂ ਵਾਪਸ ਇੰਗਲੈਂਡ ਭੇਜਤਾ ਗਿਆ। ਹੁਣ ਲੜਾਈ ਹੋਈ ਕਿਉਂ? ਇੰਗਲਿਸ਼ਮੈਨ ਸੀ ਦੋ, ਵਿਲੀਅਮ ਚੈਂਬਰਸ ਤੇ ਮਿਸਟਰ ਕੈਨਿੰਗ, ਉਹ ਅਰੈਸਟ ਕਰ ਲਏ ਗਏ ਗੁਜਰਾਤ ਦੇ ਗਵਰਨਰ ਦੁਆਰਾ। ਗੁਜਰਾਤ ਦਾ ਗਵਰਨਰ ਇੰਗਲੈਂਡ ਵਾਲਿਆਂ ਨੂੰ ਪਸੰਦ ਨਹੀਂ ਕਰਦਾ ਸੀ ਇੰਗਲਿਸ਼ ਨੂੰ। ਠੀਕ ਹੈ, ਉਸ ਸਮੇਂ ਦਾ ਗਵਰਨਰ ਸੀ, ਜੋ ਵੀ ਸੀ ਆਪਣਾ ਨਾਮ, ਕਿਸੇ ਦਾ ਨਾਮ ਮੁਕੀਰਾਬਾਦ ਇਦਾਂ ਦਾ ਕੁਛ ਨਾਮ ਸੀ ਜੀ। ਗੁਜਰਾਤ ਦਾ ਗਵਰਨਰ ਸੀ ਜਿਹੜਾ ਕਿ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਸੀ। ਉਹਨੇ ਦੋ ਬੰਦੇ ਅਰੈਸਟ ਕਰ ਲਏ ਗਏ, ਵਿਲੀਅਮ ਚੈਂਬਰਸ ਤੇ ਮਿਸਟਰ ਕੈਨਿੰਗ। ਤਾਂ ਕਿ ਹੁਣ ਥਾਮਸ ਵੈਸਟ ਨੇ ਕੀ ਕੀਤਾ, ਇੱਕ ਸਮੁੰਦਰੀ ਬੇੜਾ ਗਵਰਨਰ ਦਾ ਜ਼ਬਤ ਕਰ ਲਿਆ। ਠੀਕ ਹੈ, ਜਾਂ ਕਬਜ਼ਾ ਕਰ ਲਿਆ, ਜਾਂ ਕਿ ਹਾਈਜੈਕ ਕਰ ਲਿਆ। ਠੀਕ ਹੈ, ਤਾਂ ਹੁਣ ਇੱਕ ਸੰਧੀ ਹੋਈ ਜਿਹਦੇ ਵਿੱਚ ਉਹਨੇ ਕਿਹਾ ਆਪਣੇ ਮੇਰੇ ਬੰਦੇ ਛੱਡ ਦਿਓ, ਮੈਂ ਤੁਹਾਡਾ ਸਮੁੰਦਰੀ ਬੇੜਾ ਛੱਡ ਦੂੰਗਾ। ਤੇ ਸੰਧੀ ਦੇ ਵਿੱਚ ਕਿਹਾ ਗਿਆ ਵੀ ਸਾਨੂੰ ਇੱਕ ਪਰਮਿਸ਼ਨ ਵੀ ਦਿੱਤੀ ਜਾਵੇ ਇੱਥੇ ਫੈਕਟਰੀ ਸੈਟਅਪ ਕਰਨ ਦੀ। ਤਾਂ ਇਹ ਵਾਪਸ ਹੋਏ, ਐਕਸਚੇਂਜ ਹੋਏ ਬੰਦੇ, ਸਮੁੰਦਰੀ ਬੇੜਾ ਐਕਸਚੇਂਜ ਹੋਇਆ। ਤੇ ਸੰਧੀ ਦੇ ਵਿੱਚ ਹੋਰ ਗੱਲ ਕਿ ਮੁਗਲ ਅੰਪਾਇਰ ਜਿਵੇਂ ਰੈਟੀਫਿਕੇਸ਼ਨ ਜਾਂ ਉਹਦੇ ਵਿੱਚ ਚੇਂਜ ਕਰਨਾ ਚਾਹੂਗਾ ਸੰਧੀ ਦੇ ਵਿੱਚ, ਉਹ ਕੀਤੀ ਜਾਊਗੀ, ਉਹਦੇ ਅਕੋਰਡਿੰਗ ਇਹ ਸੰਧੀ ਕੀਤੀ ਗਈ। ਠੀਕ ਹੈ, ਤਾਂ ਹੁਣ ਇਹ ਇੰਡੀਆ ਹੀ ਕਿਉਂ ਚੁਣਿਆ ਗਿਆ ਬ੍ਰਿਟਿਸ਼ ਦੁਆਰਾ? ਇੰਡੋਨੇਸ਼ੀਆ 'ਚ ਵੀ, ਠੀਕ ਹੈ, ਸਵੀਡਨ, ਉਹਨੇ ਆਪਣੇ ਡੱਚ ਨੇ, ਉਹ ਉਸ ਸਮੇਂ ਇੰਡੋਨੇਸ਼ੀਆ ਦੇ ਵਿੱਚ ਰਾਜ ਕਰ ਰਹੇ ਨੇ, ਜਾਂ ਕਹਿ ਲਓ ਵਪਾਰ ਕਰ ਰਹੇ ਨੇ। ਪੁਰਤਗੀਜ਼ ਵੀ ਇੰਡੋਨੇਸ਼ੀਆ 'ਚ ਕਰ ਰਹੇ ਨੇ। ਤਾਂ ਬ੍ਰਿਟਿਸ਼ਰ ਇੰਡੋਨੇਸ਼ੀਆ ਕਿਉਂ ਨਹੀਂ ਗਏ? ਤਾਂ ਇੱਕ ਘਟਨਾ ਹੋਈ, ਅੰਬੋਨਾ ਟ੍ਰੈਜੇਡੀ 1623 ਦੇ ਵਿੱਚ। 1623 ਦੇ ਵਿੱਚ 17th century ਡੱਚ became the foremost and maritime power of the world. In ਫਰਵਰੀ 1605 ਸਟੀਵਨ ਵੈਨ ਡਰ ਹੈਜਨ ਐਡਮਿਰਲ ਸੀ ਡੱਚ ਈਸਟ ਇੰਡੀਆ ਕੰਪਨੀ। ਠੀਕ ਹੈ, ਉਹਦਾ ਜਿਹਨੂੰ ਆਪਾਂ VOC ਵੀ ਕਹਿੰਦੇ ਆ, VOC ਦੀ ਫੁੱਲ ਫਾਰਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ, ਦੱਸਣਾ ਕਿ VOC
ਕੀ ਸੀ ਡੱਚ ਈਸਟ ਇੰਡੀਆ ਕੰਪਨੀ ਨੂੰ ਉਹ ਆਪਣੀ ਲੈਂਗੁਏਜ ਦੇ ਵਿੱਚ ਕੀ ਬੋਲਦੇ ਸੀ ਉਹ ਸੀ। ਡੱਚ ਨੇ ਪੁਰਤਗੀਜ਼ ਨੂੰ ਵਿਕਟੋਰੀਆ ਤੋਂ ਭਜਾ ਦਿੱਤਾ ਗਿਆ। ਵਿਕਟੋਰੀਆ ਇੱਕ ਕਿਲਾ ਸੀ, ਠੀਕ ਹੈ, ਇੰਡੋਨੇਸ਼ੀਆ ਦੇ ਵਿੱਚ ਮਲਾਕੂ ਦੇ ਵਿੱਚ ਐਂਬੋਨਾ ਜਗ੍ਹਾ ਹੈ, ਜਿੱਥੋਂ ਉਹਨਾਂ ਨੇ ਪੁਰਤਗਾਲੀ ਨੂੰ ਭਜਾ ਦਿੱਤਾ ਗਿਆ। ਠੀਕ ਹੈ, ਪੁਰਤਗਾਲੀ ਹੁਣ ਇੰਡੀਆ ਵੱਲ ਨੂੰ ਹੋ ਗਏ ਨੇ। ਤਾਂ ਹੁਣ ਇੰਗਲਿਸ਼ ਵੀ ਗਏ ਸੀ ਇੰਡੋਨੇਸ਼ੀਆ ਦੇ ਵਿੱਚ, ਕਿਉਂਕਿ ਉੱਥੇ ਵੀ ਬਹੁਤ ਕੁਝ ਮਿਲਦਾ ਹੈ। ਠੀਕ ਹੈ, ਕਲੋਬ ਜਾਂ ਕੋਈ ਹੋਰ ਤਰੀਕੇ ਦੇ ਜਿਹੜਾ ਕਿ ਉਸ ਸਮੇਂ ਉਹਨਾਂ ਨੂੰ ਚਾਹੀਦਾ ਹੁੰਦਾ ਸੀ, ਸਾਰਾ ਕੁਝ ਉੱਥੇ ਮਿਲਦਾ ਸੀ। ਤਾਂ ਡੱਚ ਸਟਾਰਟਡ ਟੇਕਿੰਗ ਓਵਰ ਆਲ ਦਾ ਫੋਰਨ ਟ੍ਰੇਡ ਇੰਟਰਸਟ ਐਟ ਵਿਕਟੋਰੀਆ। ਹੁਣ ਵਿਕਟੋਰੀਆ ਤੋਂ ਜੋ ਵੀ ਟ੍ਰੇਡ ਹੁੰਦਾ ਸੀ ਉਹ ਸਾਰਾ ਡੱਚ ਦੇ ਅੰਡਰ ਸੀ। ਤਾਂ ਡੱਚ ਤੋਂ ਇੰਗਲਿਸ਼ ਵਾਲੇ ਵੀ ਚਾਹੁੰਦੇ ਸੀ ਕਿ ਉਹਨਾਂ ਨੂੰ ਵੀ ਇੱਧਰੋਂ ਵੀ ਟ੍ਰੇਡ ਮਿਲੇ, ਉੱਧਰੋਂ ਵੀ ਮਿਲੇ, ਸਾਰੇ ਹਰ ਕੋਈ ਬੰਦਾ ਚਾਹੁੰਦਾ ਹੈ ਮੁਨਾਫਾ ਨੂੰ ਹਰ ਪਾਸੇ ਹੁੰਦਾ ਜਾਵੇ। ਤਾਂ 1623 ਦੇ ਵਿੱਚ ਇੱਕ ਬ੍ਰਿਟਿਸ਼ ਸੋਲਜਰ ਜਿਹੜਾ ਕਿ ਜੈਪਨੀਜ਼ ਸੀ, ਉਹ ਜਾਸੂਸੀ ਕਰਦਾ ਫੜਿਆ ਗਿਆ ਤੇ ਉਸ ਤੋਂ ਬਾਅਦ ਉਹਨੂੰ ਟੌਰਚਰ ਦਿੱਤਾ ਤੇ ਮੈਸਕਰ ਕੀਤਾ, ਮਾਰ ਦਿੱਤਾ ਗਿਆ। ਤੇ ਹੋਰ ਕੰਪਨੀ ਦੇ 10 ਸੋਲਜਰ 20 ਬੰਦੇ ਹੋਰ ਫੜ ਲਏ ਗਏ, ਜਿਨ੍ਹਾਂ ਵਿੱਚੋਂ 10 ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ। ਠੀਕ ਹੈ, 10 ਹੋਣਗੇ ਪੁਰਤਗਾਲੀਆਂ ਦਾ, ਕੀ ਹੋਰ ਹੋਣਗੇ, ਤਾਂ 10 ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸੀ। ਤੇ ਇਹ ਮਾਸਕਰ ਕੀਤਾ ਗਿਆ, ਉਹਨਾਂ ਦੀਆਂ ਗਰਦਨਾਂ ਵੱਢ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਤੇ ਇਹਦੇ ਕਰਕੇ ਬ੍ਰਿਟਿਸ਼ਰਸ ਨੇ ਉਸ ਤਰਫ ਨੂੰ ਈਸਟਰਨ ਆਰਕੀਪੈਲਾਜੋ, ਜਿਹਨੂੰ ਕਿ ਆਪਾਂ ਇੰਡੋਨੇਸ਼ੀਆ, ਉਸ ਤੋਂ ਵੱਲ ਰਿਟਾਇਰ ਹੀ ਕਰਤਾ ਕੰਮ ਵੀ ਇਸ ਤੋਂ ਉੱਧਰ ਜਾਣਾ ਹੀ ਨਹੀਂ। ਤੇ ਆਪਾਂ ਸਾਰਾ ਸ਼ਿਫਟ ਇਹਨਾਂ ਨੇ ਧਿਆਨ ਕੀਤਾ ਇੰਡੀਆ ਦੇ ਵਿੱਚ ਕੀਤਾ। ਤਾਂ ਇਹ ਇੰਡੀਆ ਦੇ ਵਿੱਚ ਹੀ ਇਹਨਾਂ ਨੇ ਆਪਣਾ ਸਾਰਾ ਵਪਾਰ ਕੀਤਾ ਤੇ ਇੰਡੀਆ ਦੇ ਵਿੱਚ ਹੀ ਬਹੁਤ ਲੰਬੇ ਸਮੇਂ ਤੱਕ ਬਹੁਤ ਵੱਡਾ ਰਾਜ ਕਾਇਮ ਕੀਤਾ, ਇੰਡੀਆ ਨੂੰ ਕਲੋਨਾਈਜ਼ ਕੀਤਾ। ਠੀਕ ਹੈ, ਲੁੱਟਪਾਟ ਕੀਤੀ, ਪਰ ਇਹਦੇ ਵੀ ਨਾਲ ਕਹਿ ਸਕਦੇ ਆਪਾਂ ਵਿਕਾਸ ਵੀ ਥੋੜਾ ਬਹੁਤਾ ਕੀਤਾ। ਸਟੱਡੀ ਲੈ ਕੇ ਆਏ ਨੇ, ਟ੍ਰੇਨਸ ਲੈ ਕੇ ਆਏ ਨੇ, ਟੈਲੀਫੋਨ ਜਾਂ ਇੱਦਾਂ ਦਾ ਕੁਝ ਜੋ ਵੀ ਬਣਾਇਆ ਇਹ ਕਰਕੇ ਲੈ ਕੇ ਆਏ ਨੇ। ਉਸ ਤੋਂ ਬਾਅਦ ਆਪਣੀਆਂ ਪ੍ਰੈਜ਼ੀਡੈਂਸੀਆਂ ਤਿਆਰ ਹੁੰਦੀਆਂ ਜਾਣਗੀਆਂ ਜਿੱਥੇ ਇਹ ਰਾਜ ਕਰਦੇ ਜਾਣਗੇ। ਤਾਂ ਹੁਣ ਆਪਾਂ ਕਹਿੰਦੇ ਇੱਕ ਕੰਪਨੀ ਨੇ ਫੈਕਟਰੀ ਲਗਾਈ ਸੂਰਤ ਦੇ ਵਿੱਚ। ਸੂਰਤ ਦੇ ਵਿੱਚ ਫੈਕਟਰੀ ਕਦੋਂ ਲਗਾਈ ਗਈ ਹੈ? ਫਸਟ ਫੈਕਟਰੀ ਇਨ ਸੂਰਤ 1615 ਦੇ ਵਿੱਚ। ਤਾਂ ਫਸਟ ਇਹ ਪਰਮਾਨੈਂਟ ਫੈਕਟਰੀ ਹੈ। ਠੀਕ ਹੈ, ਇੱਕ ਅਸੀਂ ਟੈਂਪਰੇਰੀ ਫੈਕਟਰੀ, ਟੈਂਪਰੇਰੀ ਜਾਂ ਕੰਮ ਸਟਾਰਟ ਕੀਤਾ ਸੀ ਮਸੂਲੀਪਟਨਮ ਦੇ ਵਿੱਚ 1611 ਦੇ ਵਿੱਚ, ਜਿਹਦੀ ਇਜਾਜ਼ਤ ਮਿਲ ਗਈ ਸੀ। ਚਲੋ ਇਹ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ, ਐਸਟੈਬਲਿਸ਼ਮੈਂਟ ਆਫ ਰੈਜ਼ੀਡੈਂਸੀ ਆਫ ਮਦਰਾਸ। ਤਾਂ ਹੁਣ ਤੱਕ ਆਪਾਂ ਨੇ ਇਹ ਕਰ ਲਿਆ ਕਿ ਉਹ ਕਿੱਥੋਂ ਕਿਵੇਂ ਹੁੰਦੇ ਗਏ ਨੇ, ਉਹ ਚੀਜ਼ਾਂ ਆਪਾਂ ਕਰ ਲੈਣੇ। ਧੰਨਵਾਦ ਤੁਹਾਡਾ। ਜੇ ਲੈਕਚਰ ਵਧੀਆ ਲੱਗਿਆ ਤਾਂ ਪਲੀਜ਼ ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਤੇ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ। ਜੇ ਨਹੀਂ ਚੰਗਾ ਲੱਗਿਆ ਤਾਂ ਵੀ ਦੱਸ ਦਿੱਤਾ ਜਾਵੇ ਕਮੈਂਟ ਦੇ ਵਿੱਚ। ਧੰਨਵਾਦ ਜੀ।